ਇਹ ਸੋਸ਼ਲ ਮੀਡੀਆ ਤੁਸੀਂ ਲਵਪ੍ਰੀਤ ਦੀ ਗੱਲ ਕਹਿ ਰਹੇ ਹੋ, ਇਸ ਤਰ੍ਹਾਂ ਦੇ ਕਈ ਮਾਮਲੇ ਹੋਰ ਵੀ ਸੀਗੇ। ਲਵਪ੍ਰੀਤ ਦਾ ਸੋਸ਼ਲ ਮੀਡੀਆ ਦੇ ਵਿੱਚ ਆਉਣ ਦੇ ਨਾਲ ਇੱਕ ਆਵਾਜ਼ ਉੱਠ ਗਈ ਔਰ ਇਹ ਪਹਿਲਾਂ ਵੀ ਕਈ ਮਾਮਲੇ ਇਦਾਂ ਦੇ ਹੁੰਦੇ ਆ ਰਹੇ ਆ। ਏਜੰਟ ਜਿਹੜੇ ਇੱਕ ਆਪਾਂ ਕਹਿੰਦੇ ਆਪਣੇ ਆਪ ਹੀ ਕੰਸਲਟੈਂਟ ਹੈ, ਜਿਹੜੇ ਵੀਜ਼ਾ ਕੰਸਲਟੈਂਟ ਹੈ, ਅੱਜ ਕੱਲ ਉਹ ਮੈਰਿਜ ਕੰਸਲਟੈਂਟ ਬਣ ਗਏ ਹੈ ਕਿ ਉਹ ਸਟੂਡੈਂਟ ਨੂੰ ਦੱਸਦੇ ਕਿ ਇਸ ਬੱਚੇ ਦਾ ਵੀਜ਼ਾ ਆਏਗਾ, ਇਸ ਬੱਚੇ ਦਾ ਵੀਜ਼ਾ ਨਹੀਂ ਆਏਗਾ। ਔਰ ਸ਼ੁਰੂਆਤ ਦੇ ਵਿੱਚ ਜਿਹੜਾ ਰਿਸ਼ਤਾ ਤੈਅ ਹੁੰਦਾ ਉਹ ਸਿਰਫ ਔਰ ਸਿਰਫ ਇੱਕ ਬਾਹਰ ਜਾਣ ਦੇ ਆਧਾਰ ਤੇ ਤੈਅ ਹੁੰਦਾ ਹੈ। ਸਭ ਤੋਂ ਵੱਡਾ ਜਿਹੜਾ ਕਸੂਰਵਾਰ ਹੈ ਉਹ ਕਸੂਰਵਾਰ ਹੈ ਮਾਂ-ਬਾਪ, ਉਹ ਕਸੂਰਵਾਰ ਹੈ ਬੱਚਾ, ਤੇ ਉਹ ਕਸੂਰਵਾਰ ਉਹਨਾਂ ਹੀ ਕੰਸਲਟੈਂਟ ਹੈ। ਕਿਉਂਕਿ ਕੰਸਲਟੈਂਟ ਨੂੰ ਆਪਣੀ ਫੀਸ ਦਾ ਲਾਲਚ ਹੁੰਦਾ ਹੈ, ਬੱਚੇ ਨੂੰ ਆਪਣੇ ਵੀਜ਼ਾ ਲਾਲਚ ਹੁੰਦਾ ਹੈ, ਤੇ ਕੁੜੀ ਨੂੰ ਲਾਲਚ ਇਹ ਹੁੰਦਾ ਕਿ ਮੈਂ ਕਿਸੇ ਤਰੀਕੇ ਕੈਨੇਡਾ ਚਲੇ ਜਾਵਾਂ ਤੇ ਮੇਰੇ ਪੈਸੇ ਨਾ ਲੱਗਣ। ਤਾਂ ਜਿਹੜਾ ਇਸ਼ਤਿਹਾਰ ਹੈ ਉਹ ਨੈਗੇਟਿਵ ਇੰਪੈਕਟ ਦਿੰਦਾ ਹੈ, ਕਿਉਂਕਿ ਆਪਾਂ ਇਸ਼ਤਿਹਾਰ ਕੀ ਦੇਖਦੇ ਹਾਂ ਜੀ, ਇੱਕ ਦਿਨ ਪੁਰਾਣਾ ਵਿਆਹ ਚੱਲੇਗਾ, ਮੈਰਿਜ ਨਵੀਂ ਕਰਾਉਣ ਦੀ ਲੋੜ ਨਹੀਂ, ਬਿਨਾਂ ਰਜਿਸਟ੍ਰੇਸ਼ਨ ਤੁਸੀਂ ਕੈਨੇਡਾ ਜਾਓ ਸਪਾਊਸ ਨਾਲ। ਉਹ ਚੀਜ਼ਾਂ ਜਿਹੜੀਆਂ ਹੈਗੀਆਂ ਇੱਥੇ ਤੱਕ ਪਹੁੰਚਣ ਤੇ ਮਜਬੂਰ ਕਰ ਦਿੰਦੀਆਂ। ਪਰ ਅੱਜ ਕੱਲ ਲੋਕ ਦੇਖਦੇ ਨੇ ਕੁੜੀ ਦੇ ਆਇਲਸ ਚ ਬੈਂਡ ਕਿੰਨੇ ਨੇ। ਇਹ ਜਿਹੜਾ ਟ੍ਰੈਂਡ ਹੈ ਇਹ ਟ੍ਰੈਂਡ ਸਿਰਫ ਪੰਜਾਬ ਦੇ ਵਿੱਚ ਹੀ ਹੈ, ਕਿਉਂਕਿ ਇਹ ਟ੍ਰੈਂਡ ਦੇ ਵੀ ਸਭ ਤੋਂ ਵੱਡੇ ਕਸੂਰਵਾਰ ਉਹ ਸਾਰੇ ਕੰਸਲਟੈਂਟ ਵੀ ਹੈ ਜਿਨ੍ਹਾਂ ਨੇ ਮਸ਼ਹੂਰੀਆਂ ਗਲਤ ਕੀਤੀਆਂ। ਤੁਸੀਂ ਗੱਲ ਨੂੰ ਸਮਝੋ, ਤੁਹਾਡੇ ਆਇਲਟਸ ਵਿੱਚੋਂ ਬੈਂਡ ਨਹੀਂ ਹੈ, ਤੁਸੀਂ ਕਿਸੇ ਵੀ ਦਿਨ ਦਾ ਅਖਬਾਰ ਖੋਲੋ ਐਤਵਾਰ ਦਾ, ਸਾਰੀ ਅਖਬਾਰਾਂ ਵਿੱਚ ਐਡ ਲੱਗੀ ਹੁੰਦੀ ਹੈ ਕੁੜੀ ਚਾਹੀਦੀ ਹੈ, ਆਇਲਟਸ ਪਾਸ ਮੁੰਡਾ ਚਾਹੀਦਾ ਹੈ। ਅਗਰ ਵੀ ਨਾ ਕੁੜੀ ਦਾ ਪਿਓ ਕੀ ਕਰਦਾ ਹੈ, ਮੁੰਡਾ ਕੀ ਕਰਦਾ ਹੈ, ਸਿਰਫ ਇਹ ਦੇਖਿਆ ਜਾਂਦਾ ਹੈ ਕੁੜੀ ਦੇ ਆਇਲਟਸ ਸਕੋਰ ਹੈ, ਉਸ ਦੇ ਆਧਾਰ ਤੇ ਰਿਸ਼ਤਾ ਹੋ ਜਾਂਦਾ ਹੈ, ਉਸੇ ਦੇ ਆਧਾਰ ਤੇ ਵੀਜ਼ਾ ਹੁੰਦਾ। ਉਸੇ ਇਹ ਆਪਣੇ ਆਪ ਦੇ ਵਿੱਚ ਇੱਕ ਸੌਦੇਬਾਜ਼ੀ ਹੈ। ਪਰ ਇੱਕ ਸਵਾਲ ਸਭ ਤੋਂ ਵੱਡਾ ਹੈ, ਕੱਲ ਨੂੰ ਜਦੋਂ ਮੰਨ ਲਓ ਬੈਂਡ ਵੀ ਹੋਣ, ਰਿਸ਼ਤਾ ਵੀ ਹੋ ਗਿਆ, ਕੱਲ ਨੂੰ ਖੁਦਾ ਨਾ ਖਾਸਾ ਕੁੜੀ ਦਾ ਵੀਜ਼ਾ ਰਿਫਿਊਜ਼ ਹੋ ਜਾਏਗਾ, ਕਿਆ ਮੁੰਡੇ ਵਾਲੇ ਇਸ ਕੁੜੀ ਨੂੰ ਐਕਸੈਪਟ ਕਰਨਗੇ? ਇਹ ਵੀ ਬਹੁਤ ਵੱਡਾ ਸਵਾਲ ਹੈ। ਦੇਖੋ ਵੀਜ਼ਾ ਤਾਂ ਇੱਕ ਵੀਜ਼ਾ ਅਫਸਰ ਨੇ ਦੇਣਾ ਹੈ, ਇੱਕ ਕੰਸਲਟੈਂਟ ਸਿਰਫ ਸਲਾਹ ਦੇਣੀ ਹੈ ਉਹਨਾਂ ਨੂੰ। ਕੁੜੀ ਜਿਹੜੇ ਕਸੂਰਵਾਰ ਮੁੰਡੇ ਨੂੰ ਠਹਿਰਾਉਂਦੀ ਹੈ, ਕੁੜੀ ਕਹਿੰਦੀ ਮੈਨੂੰ ਬਾਰ-ਬਾਰ ਮੁੰਡਾ ਫੋਨ ਤਾਂ ਕਰਦਾ ਰਾਤੀ ਕਿਉਂਕਿ ਮੈਂ ਕੰਮ ਤੇ ਹੁੰਨੀ ਆ, ਤੇ ਮੁੰਡਾ ਵਿਹਲਾ ਹੁੰਦਾ ਉਹ ਫੋਨ ਕਰਦਾ ਰਹਿੰਦਾ ਹੈ। ਤਾਂ ਉਹ ਚੀਜ਼ਾਂ ਜਿਹੜੀਆਂ ਨਾ ਅੰਡਰਸਟੈਂਡਿੰਗ ਹੈ, ਉਹ ਲਾਈਫ ਦੇ ਵਿੱਚ ਅੰਡਰਸਟੈਂਡਿੰਗ ਹੋਣੀ ਬਹੁਤ ਜ਼ਰੂਰੀ ਹੈ। ਵੀ ਲੜਕੀ ਚਲੀ ਗਈ, ਉਸਨੇ ਬੁਲਾਇਆ ਨਹੀਂਗਾ, ਉਹ ਲੜਕੇ ਵਾਲਿਆਂ ਕੋਲ ਫਿਰ ਕੀ ਆਪਸ਼ਨਸ ਨੇ? ਦੇਖੋ ਜਿਹੜਾ ਬੰਦਾ ਬਾਹਰ ਬੈਠਾ ਲੜਕਾ ਲੜਕੀ, ਉਹਦੇ ਕੋਲੋਂ ਸਪਾਂਸਰ ਮੰਗਾ ਲੂੰਗਾ, ਮੇਰਾ ਵੀਜ਼ਾ 100% ਮੈਨੂੰ ਸਪਾਂਸਰਸ਼ਿਪ ਭੇਜ ਦੇ। ਸਪਾਂਸਰ ਵੀਜ਼ਾ ਨਹੀਂ ਦਿੰਦੀ। ਅੱਜ ਲੜਕੀ ਜਾਂ ਲੜਕਾ ਸਪਾਂਸਰ ਬਾਹਰੋਂ ਭੇਜ ਵੀ ਦੇਵੇ, ਭੇਜਣ ਤੋਂ ਬਾਅਦ ਅਗਰ ਐਮਬੈਸੀ ਨੂੰ ਮੇਲ ਕਰ ਦੇਵੇ ਕਿ ਮੇਰੀ ਇਹ ਸਪਾਂਸਰਸ਼ਿਪ ਕੈਨਸਲ ਕਰ ਦਿਓ, ਤਾਂ ਵੀਜ਼ਾ ਅਫਸਰ ਨੇ ਲੜਕੀ ਦੀ ਸੁਣਨੀ ਹੈ। ਅੱਛਾ, ਕਿਉਂਕਿ ਰੀਜ਼ਨ ਕੀ ਹੈ, ਐਪਲੀਕੈਂਟ ਜਿਹੜਾ ਬੁਲਾਣਾ ਚਾਹੁੰਦਾ ਹੈ ਉਹਦੀ ਰਜ਼ਾਮੰਦੀ ਜ਼ਰੂਰੀ ਹੈ। ਅੱਛਾ, ਕੱਲ ਕਿ ਉਹਨੂੰ ਡਿਪੋਰਟ ਕੀਤਾ ਜਾਵੇ, ਚਰਚਾਵਾਂ ਵੀ ਆਈਆਂ ਸੀ ਕਿ ਉਹ ਡਿਪੋਰਟ ਕਰ ਰਹੀ ਹੈ ਉਹਨੂੰ ਸਰਕਾਰ, ਕਿ ਵਾਕਈ ਇਸ ਤਰ੍ਹਾਂ ਇੰਨਾ ਸੌਖਾ ਹੈ ਕਿ ਇਸ ਤਰੀਕੇ ਨਾਲ ਡਿਪੋਰਟ ਕੀਤਾ ਜਾਂਦਾ? ਜਿਹੜੀ ਚੀਜ਼ ਲਵਪ੍ਰੀਤ ਸਿੰਘ ਨਾਲ ਹੋਈ ਬੜੀ ਮਾੜੀ ਹੋਈ ਹੈ, ਔਰ ਇਹ ਤਾਂ ਚੀਜ਼ ਹੈ ਕਿ ਨੋ ਡਾਊਟ ਉਹ ਬਹੁਤ ਗਲਤ ਇੱਕ ਉਸ ਲੜਕੇ ਦੇ ਪ੍ਰਤੀ ਹੋਇਆ। ਬਟ ਗੱਲ ਹੈ ਕਿ ਇਹ ਹਾਈ ਕਮਿਸ਼ਨ ਇਦਾਂ ਦੀ ਜਿਹੜੇ ਇਦਾਂ ਦੇ ਕੇਸ ਹੋ ਜਾਂਦੇ ਆ, ਇਸ ਕੇਸ ਦੇ ਵਿੱਚ ਆ ਕੇ ਹੋ ਸਕਦਾ ਕਿ ਹਾਈ ਕਮਿਸ਼ਨ ਜਿਹੜੀ ਉੱਥੇ ਦੀ ਗਵਰਨਮੈਂਟ ਹੈ ਇਸ ਚੀਜ਼ ਨੂੰ ਸੀਰੀਅਸ ਨੋਟ ਲਵੇ ਕਿ ਪੰਜਾਬ ਦੀ ਜਿਹੜੀ ਮਾਰਕੀਟ ਹੈ ਉਹਦੇ ਵਿੱਚ ਫੇਕ ਮੈਰਿਜਾਂ ਬਹੁਤ ਹੋ ਰਹੀਆਂ। ਅੱਜ ਉਹ ਲੜਕੀ ਦੇ ਪੈਸਾ ਲਾਇਆ ਜਾਂ ਮੈਰਿਜ ਉਹਨੇ ਜੈਨੂਨ ਕੀਤੀ, ਹਾਈ ਕਮਿਸ਼ਨ ਨਜ਼ਰਾਂ 'ਚ ਫੇਕ ਵਿਆਹ, ਜਾਲੀ ਵਿਆਹ ਹੈ। ਕਿਉਂ? ਇੱਕ ਚੀਜ਼ ਪ੍ਰੈਕਟੀਕਲੀ ਸੋਚੋ, ਅੱਜ ਲੜਕੀ ਦਾ ਵੀਜ਼ਾ ਆਉਂਦਾ ਹੈ, 10ਵੇਂ ਦਿਨ ਉਹਨੂੰ ਕੈਨੇਡਾ ਦਾ ਉਹਦੀ ਮੈਰਿਜ ਹੋ ਜਾਂਦੀ ਇੰਡੀਆ ਵਿੱਚ। ਇਹ ਐਮਬੈਸੀ ਨੂੰ ਸਵਾਲ ਹੈ, ਐਮਬੈਸੀ ਕਹਿੰਦੀ ਤੁਹਾਨੂੰ ਮੈਰਿਜ ਕਰਾਉਣਾ ਕਿੱਥੋਂ ਯਾਦ ਆਇਆ? ਬਿਲਕੁਲ। ਜਦੋਂ ਇੱਕ ਲੜਕੇ ਲੜਕੀ ਦਾ ਵਿਆਹ ਹੁੰਦਾ ਤਾਂ ਵਿਆਹ ਨੂੰ ਬੜਾ ਪਵਿੱਤਰ ਰਿਸ਼ਤਾ ਮੰਨਿਆ ਜਾਂਦਾ ਹੈ। ਕਹਿੰਦੇ ਨੇ ਕਿ 7 ਜਨਮਾਂ ਦਾ ਰਿਸ਼ਤਾ ਹੁੰਦਾ ਜਦੋਂ ਇੱਕ ਮੁੰਡੇ ਅਤੇ ਕੁੜੀ ਦਾ ਜਦੋਂ ਰਿਸ਼ਤਾ ਹੁੰਦਾ ਹੈ, ਉਹਨਾਂ ਦਾ ਵਿਆਹ ਹੁੰਦਾ ਹੈ। ਪਰ ਅੱਜ ਕੱਲ ਉਹ ਜਨਮਾਂ ਦਾ ਸਾਥ ਜਿਹੜਾ ਉਹ ਸੌਦੇਬਾਜ਼ੀ ਦਾ ਸਾਥ ਜਿਹੜਾ ਬਣ ਕੇ ਰਹਿ ਗਿਆ। ਪਿਛਲੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਤੁਸੀਂ ਲਗਾਤਾਰ ਦੇਖ ਰਹੇ ਹੋਵੋਗੇ ਕਿ ਬਰਨਾਲੇ ਦਾ ਇੱਕ ਲੜਕਾ ਲਵਪ੍ਰੀਤ ਸਿੰਘ, ਜਿਸ ਨੇ ਆਪਣੀ ਇੱਕ ਲੜਕੀ ਨਾਲ ਜਿਸ ਦੇ ਨਾਲ ਉਹਦਾ ਵਿਆਹ ਹੋਇਆ ਸੀਗਾ, ਬੇਅੰਤ ਕੌਰ ਬਾਜਵਾ, ਅਤੇ ਉਹ ਲੜਕੀ ਨੂੰ ਪੈਸੇ ਲਗਾ ਕੇ ਜੋ ਉਸਦੇ ਪਿਤਾ ਦੀ ਸਾਰੀ ਉਮਰ ਭਰ ਦੀ ਕਮਾਈ ਸੀਗੀ ਉਹ ਉਸਨੇ ਆਪਣੀ ਪਤਨੀ ਨੂੰ ਬਾਹਰ ਭੇਜਣ ਤੇ ਲਗਾ ਦਿੱਤੀ। ਤਾਂ ਜਦੋਂ ਪਤਨੀ ਬਾਹਰ ਕੈਨੇਡਾ ਚਲ ਜਾਂਦੀ ਹੈ ਤਾਂ ਉਹ ਉਸ ਨੂੰ ਅਣਗੌਲਿਆ ਕਰਨ ਲੱਗ ਜਾਂਦੀ ਹੈ। ਲਵਪ੍ਰੀਤ ਦਾ ਕਹਿਣਾ ਸੀਗਾ ਕਿ ਮੇਰੀ ਪਤਨੀ ਨੇ ਬਾਹਰ ਜਾਂਦਿਆਂ ਸਾਰੀ ਮੇਰੇ ਨਾਲ ਗੱਲ ਕਰਨੀ ਘਟਾ ਦਿੱਤੀ, ਮੈਨੂੰ ਬਲੌਕ ਕਰ ਦਿੱਤਾ, ਜਿਸ ਦੇ ਗਮ ਦੇ ਕਾਰਨ ਉਹ ਲਵਪ੍ਰੀਤ ਸਿੰਘ ਖੁਦਕੁਸ਼ੀ ਕਰ ਲੈਂਦਾ, ਆਪਣੀ ਜੀਵਨ ਲੀਲਾ ਸਮਾਪਤ ਕਰ ਲੈਂਦਾ। ਜਿਸ ਤੋਂ ਬਾਅਦ ਕਾਫੀ ਇਹ ਮਾਮਲਾ ਸੋਸ਼ਲ ਮੀਡੀਆ ਤੇ ਵੀ ਭਖਿਆ ਹੋਇਆ, ਬਹੁਤ ਉਸ ਲੜਕੀ ਦੇ ਪ੍ਰਤੀ ਲੋਕਾਂ ਦੇ ਦਿਲਾਂ ਦੇ ਵਿੱਚ ਰੋਸ ਵੀ ਹੈ। ਅਤੇ ਸਿਰਫ ਇਹੀ ਨਹੀਂ, ਉਸ ਤੋਂ ਬਾਅਦ ਹੋਰ ਕਈ ਮਾਮਲੇ ਵੀ ਸਾਹਮਣੇ ਆਣੇ ਸ਼ੁਰੂ ਹੋ ਗਏ ਨੇ। ਕੋਈ ਮਾਮਲਾ ਆ ਰਿਹਾ ਕਿ ਲੜਕੀ 24 ਲੱਖ ਰੁਪਇਆ ਲੜਕੀ ਨੂੰ ਬਾਹਰ ਭੇਜਣ ਤੇ ਮੁੰਡੇ ਵਾਲਿਆਂ ਨੇ ਲਗਾਇਆ, ਤੇ ਬਾਹਰ ਜਾ ਕੇ ਉਹ ਲੜਕੇ ਨੂੰ ਬੁਲਾਉਣ ਤੋਂ ਇਨਕਾਰ ਕਰ ਦਿੰਦੀ ਹੈ। ਬਹੁਤ ਸਾਰੇ ਅਜਿਹੇ ਮਾਮਲੇ ਆ ਰਹੇ ਨੇ, ਇੱਥੋਂ ਤੱਕ ਕਿ ਬਰਨਾਲੇ ਵਾਲੇ ਨੌਜਵਾਨ ਲਵਪ੍ਰੀਤ ਸਿੰਘ ਦੀ ਜੋ ਮੌਤ ਹੋਈ ਹੈ, ਲੋਕ ਉਸ ਨੂੰ ਕੁਰਬਾਨੀ ਕਹਿਣ ਲੱਗ ਗਏ ਨੇ ਕਿ ਲਵਪ੍ਰੀਤ ਨੇ ਕੁਰਬਾਨੀ ਦਿੱਤੀ, ਬਾਕੀਆਂ ਲਈ ਇੱਕੋ ਸੀਖ ਦੇ ਕੇ ਗਿਆ ਕਿ ਅਜਿਹਾ ਕਰਨ ਦੇ ਵੇਲੇ ਬਹੁਤ ਤੁਸੀਂ ਧਿਆਨ ਰੱਖੋ।
ਪਰ ਹੁਣ ਚਰਚਾ ਉੱਠ ਰਹੀ ਹੈ ਕਿ ਉਸ ਲੜਕੀ ਨੂੰ ਕੈਨੇਡਾ ਤੋਂ ਡਿਪੋਰਟ ਕੀਤਾ ਜਾਵੇ, ਜਿਸ ਨੂੰ ਬਾਹਰ ਭੇਜਿਆ ਇਹਨੇ ਪੈਸੇ ਲਗਾ ਕੇ ਲੜਕੇ ਵਾਲਿਆਂ ਨੇ, ਉਸ ਨੂੰ ਹੁਣ ਡਿਪੋਰਟ ਕੀਤਾ ਜਾਵੇ। ਕਿ ਵਾਕਈ ਉਹ ਕੁੜੀ ਡਿਪੋਰਟ ਹੋ ਸਕਦੀ ਹੈ, ਜਾਂ ਜਿਹੜੇ ਵੀ ਮਾਮਲੇ ਇਦਾਂ ਦੇ ਹੋਰ ਸਾਹਮਣੇ ਆਉਂਦੇ ਆ ਉਹਨਾਂ ਦੇ ਵਿੱਚ ਆਪਸ਼ਨਸ ਕੀ ਰਹਿੰਦੇ ਨੇ ਜਦੋਂ ਲੜਕੀ ਜਾਂ ਲੜਕੇ ਦੇ ਵੱਲੋਂ ਕੋਈ ਇਸ ਤਰ੍ਹਾਂ ਦੀ ਹਰਕਤ ਕੀਤੀ ਜਾਂਦੀ ਹੈ, ਬਾਹਰ ਜਾ ਕੇ ਬੁਲਾਉਣ ਤੋਂ ਮਨਾ ਕਰ ਦਿੱਤਾ ਜਾਂਦਾ, ਇਸ ਦੇ ਵਿੱਚ ਆਪਸ਼ਨਸ ਕੀ ਨੇ, ਬੰਦਾ ਕੀ ਕਰ ਸਕਦਾ, ਇਸ ਸਭ ਤੇ ਹੀ ਚਰਚਾ ਕਰਾਂਗੇ। ਸਾਡੇ ਨਾਲ ਇਮੀਗ੍ਰੇਸ਼ਨ ਐਕਸਪਰਟ ਵਿਜ਼ਨ ਗਰੁੱਪ ਤੋਂ ਹਨੀਸ਼ ਉੱਪਲ ਜੀ ਮੌਜੂਦ ਨੇ। ਹਨੀਸ਼ ਜੀ, ਤੁਸੀਂ ਵੀ ਸੋਸ਼ਲ ਮੀਡੀਆ ਚਲਾਉਂਦੇ ਹੋ, ਤੁਸੀਂ ਵੀ ਇੱਕ ਦੋ ਦਿਨ ਤੋਂ ਦੇਖ ਰਹੇ ਹੋਵੋਗੇ ਜੋ ਸਭ ਕੁਝ ਸੋਸ਼ਲ ਮੀਡੀਆ ਤੇ ਚੱਲ ਰਿਹਾ। ਇੱਕ ਕੇਸ ਹੋਇਆ, ਹੋਰ ਬਹੁਤ ਸਾਰੇ ਕੇਸ ਸਾਹਮਣੇ ਆਏ। ਇਸ ਦੇ ਵਿੱਚ ਕਈ ਵਾਰੀ ਮੁੰਡੇ ਵੀ ਠੱਗੀ ਕਰਦੇ ਨੇ ਕੁੜੀਆਂ ਦੇ ਨਾਲ। ਹੁਣ ਕੁੜੀਆਂ ਮੁੰਡਿਆਂ ਦੇ ਨਾਲ ਠੱਗੀਆਂ ਕਰ ਰਹੀਆਂ, ਆਪਸ਼ਨਸ ਕੀ ਹੁੰਦੇ ਨੇ ਇਹਦੇ ਕੋਲ ਜਦੋਂ ਕੋਈ ਐਦਾਂ ਠੱਗੀ ਦਾ ਸ਼ਿਕਾਰ ਹੁੰਦਾ ਹੈ? ਬੰਦੇ ਕੋਲ ਆਪਸ਼ਨ ਕੀ ਨੇ, ਉਹ ਕਿਸ ਤਰ੍ਹਾਂ ਅੱਗੇ ਆਪਣਾ ਸਾਰਾ ਕੁਝ ਕਰ ਸਕਦਾ? ਦੇਖੋ, ਬੜਾ ਕਲੀਅਰ ਹੈ ਸਮਝ ਜਾਂਦੀ ਨਾ ਹੁੰਦਾ ਕਿ ਜਦੋਂ ਵੀ ਇਦਾਂ ਦਾ ਕੇਸ ਆਪਾਂ ਦੇਖਣ ਨੂੰ ਮਿਲਦਾ ਹੈ, ਇਹ ਸੋਸ਼ਲ ਮੀਡੀਆ, ਤੁਸੀਂ ਲਵਪ੍ਰੀਤ ਦੀ ਗੱਲ ਕਹਿ ਰਹੇ ਹੋ, ਇਸ ਤਰ੍ਹਾਂ ਦੇ ਕਈ ਮਾਮਲੇ ਹੋਰ ਵੀ ਸੀਗੇ। ਲਵਪ੍ਰੀਤ ਦਾ ਸੋਸ਼ਲ ਮੀਡੀਆ ਦੇ ਵਿੱਚ ਆਉਣ ਦੇ ਨਾਲ ਇੱਕ ਆਵਾਜ਼ ਉੱਠ ਗਈ, ਔਰ ਇਹ ਪਹਿਲਾਂ ਵੀ ਕਈ ਮਾਮਲੇ ਇਦਾਂ ਦੇ ਹੁੰਦੇ ਆ ਰਹੇ ਆ। ਪ੍ਰੋਬਲਮ, ਸਭ ਤੋਂ ਵੱਡੀ ਪ੍ਰੋਬਲਮ ਸ਼ੁਰੂ ਕਿੱਥੋਂ ਹੁੰਦੀ ਹੈ, ਆਪਾਂ ਇਹਦੇ ਉੱਤੇ ਗੱਲ ਕਰੀ। ਪ੍ਰੋਬਲਮ ਸ਼ੁਰੂ ਹੁੰਦੀ ਹੈ ਜਦੋਂ ਕੋਈ ਲੜਕਾ ਜਿੰਦੇ ਆਈਲੈਟ ਸਕੋਰ ਨਹੀਂ ਆਉਂਦੇ, ਔਰ ਉਸ ਤੋਂ ਬਾਅਦ ਉਹ ਇੱਕ ਲੜਕੀ ਦੀ ਭਾਲ ਦੇ ਵਿੱਚ ਜਾਂਦਾ ਜਿੰਦੇ ਆਈਲੈਟ ਸਕੋਰ ਆਏ ਹੁੰਦੇ। ਉਹ ਲੜਕੀ ਦੀ ਭਾਲ ਦੇ ਵਿੱਚ ਹੁੰਦਾ ਕੀ ਹੈ, ਉਹ ਲੜਕੀ ਨੂੰ ਦੇਖਣ ਜਾਂਦਾ ਹੈ, ਔਰ ਉੱਥੇ ਜਾ ਕੇ ਉਹਦੇ ਆਈਲੈਟ ਸਕੋਰ ਦੇਖ ਕੇ ਉਹਨੂੰ ਰਿਸ਼ਤੇ ਦੀ ਹਾਂ ਕੀਤੀ ਜਾਂਦੀ ਹੈ। ਉਸ ਤੋਂ ਬਾਅਦ ਉਹ ਬੱਚੇ ਜਾਂ ਉਹ ਜਿਹੜੇ ਲੜਕੇ ਵਾਲੇ ਹੈ, ਉਸ ਲੜਕੀ ਦਾ ਪ੍ਰੋਫਾਈਲ ਲੈ ਕੇ 2-4 ਏਜੰਟਾਂ ਕੋਲ ਜਾਂਦੇ ਹੈ। ਏਜੰਟ ਜਿਹੜੇ ਹੈ, ਜਿਹੜੇ ਆਪਾਂ ਕਹਿੰਦੇ ਆਪਣੇ ਆਪ ਹੀ ਕੰਸਲਟੈਂਟ ਹੈ, ਜਿਹੜੇ ਵੀਜ਼ਾ ਕੰਸਲਟੈਂਟ ਹੈ, ਅੱਜ ਕੱਲ ਉਹ ਮੈਰਿਜ ਕੰਸਲਟੈਂਟ ਬਣ ਗਏ ਹੈ, ਕਿ ਉਹ ਸਟੂਡੈਂਟ ਨੂੰ ਦੱਸਦੇ ਕਿ ਇਸ ਬੱਚੇ ਦਾ ਵੀਜ਼ਾ ਆਏਗਾ, ਇਸ ਬੱਚੇ ਦਾ ਵੀਜ਼ਾ ਨਹੀਂ ਆਏਗਾ। ਔਰ ਸ਼ੁਰੂਆਤ ਦੇ ਵਿੱਚ ਜਿਹੜਾ ਰਿਸ਼ਤਾ ਤੈਅ ਹੁੰਦਾ ਉਹ ਸਿਰਫ ਔਰ ਸਿਰਫ ਇੱਕ ਬਾਹਰ ਜਾਣ ਦੇ ਆਧਾਰ ਤੇ ਤੈਅ ਹੁੰਦਾ। ਤੁਸੀਂ ਇਸ ਚੀਜ਼ ਨੂੰ ਲੈ ਕੇ ਚਲੋ, ਜਿਹੜੇ ਇਸ ਤਰ੍ਹਾਂ ਦੀ ਚੀਜ਼ਾਂ ਹੁੰਦੀਆਂ, ਇਹਦੇ ਵਿੱਚ ਸ਼ਿਕਾਰ ਸਭ ਤੋਂ ਵੱਡਾ ਜਿਹੜਾ ਕਸੂਰਵਾਰ ਹੈ, ਉਹ ਕਸੂਰਵਾਰ ਹੈ ਮਾਂ-ਬਾਪ, ਉਹ ਕਸੂਰਵਾਰ ਹੈ ਬੱਚਾ, ਤੇ ਉਹ ਕਸੂਰਵਾਰ ਉਹਨਾਂ ਹੀ ਕੰਸਲਟੈਂਟ ਹੈ। ਕਿਉਂਕਿ ਕੰਸਲਟੈਂਟ ਨੂੰ ਆਪਣੀ ਫੀਸ ਦਾ ਲਾਲਚ ਹੁੰਦਾ ਹੈ, ਬੱਚੇ ਨੂੰ ਆਪਣੇ ਵੀਜ਼ਾ ਲਾਲਚ ਹੁੰਦਾ ਹੈ, ਤੇ ਕੁੜੀ ਨੂੰ ਲਾਲਚ ਇਹ ਹੁੰਦਾ ਕਿ ਮੈਂ ਕਿਸੇ ਤਰੀਕੇ ਕੈਨੇਡਾ ਚਲੇ ਜਾਵਾਂ ਤੇ ਮੇਰੇ ਪੈਸੇ ਨਾ ਲੱਗਣ। ਹੁਣ ਇਹ ਸਾਰੀ ਚੀਜ਼ਾਂ ਦਾ ਮਤਲਬ ਤਾਂ ਇਹੀ ਬਣਦਾ ਹੈ ਕਿ ਜਿਹੜੇ ਇਸ ਤਰ੍ਹਾਂ ਦੀਆਂ ਚੀਜ਼ਾਂ ਹੈਗੀਆਂ, ਉਹ ਸਟੂਡੈਂਟ ਨੂੰ ਬੜਾ ਸੋਚ ਸਮਝ ਕੇ ਕਰਨੀ ਚਾਹੀਦੀਆਂ। ਅੱਜ ਤੋਂ ਦੇਖੋ, ਪਹਿਲਾਂ ਵੀ ਜਿਹੜੇ ਲੋਕ ਹੁਣ ਜਿਹੜੇ ਜਿਨ੍ਹਾਂ ਦੇ ਵਿਆਹ 6-6 7-7 ਸਾਲ ਪੁਰਾਣੇ ਹੈ, ਤੇ ਜਿਨ੍ਹਾਂ ਦੇ ਵਿਆਹ ਜੈਨੂਨ 2-2 ਸਾਲ ਪਹਿਲਾਂ ਜਾਂ ਸਾਲ ਪਹਿਲਾਂ ਹੋਏ, ਉਹ ਬੱਚੇ ਵੀ ਬਾਹਰ ਜਾਂਦੇ ਆ, ਉਹਨਾਂ ਦੇ ਸਪਾਊਸ ਸਾਡੇ ਕੋਲ ਵੀਜ਼ਾ ਲਗਵਾ ਕੇ ਜਾਂਦੇ ਆ, ਉਹਨਾਂ ਦੇ ਵੀਜ਼ੇ ਵੀ ਲੱਗਦੇ ਆ। ਤਾਂ ਜਿਹੜਾ ਇਸ਼ਤਿਹਾਰ ਹੈ ਉਹ ਨੈਗੇਟਿਵ ਇੰਪੈਕਟ ਦਿੰਦਾ ਹੈ, ਕਿਉਂਕਿ ਆਪਾਂ ਇਸ਼ਤਿਹਾਰ ਕੀ ਦੇਖਦੇ ਹਾਂ ਜੀ, ਇੱਕ ਦਿਨ ਪੁਰਾਣਾ ਵਿਆਹ ਚੱਲੇਗਾ, ਮੈਰਿਜ ਨਵੀਂ ਕਰਾਉਣ ਦੀ ਲੋੜ ਨਹੀਂ, ਬਿਨਾਂ ਰਜਿਸਟ੍ਰੇਸ਼ਨ ਤੁਸੀਂ ਕੈਨੇਡਾ ਜਾਓ ਸਪਾਊਸ ਨਾਲ। ਉਹ ਚੀਜ਼ਾਂ ਜਿਹੜੀਆਂ ਹੈਗੀਆਂ ਇੱਥੇ ਤੱਕ ਪਹੁੰਚਣ ਤੇ ਮਜਬੂਰ ਕਰ ਦਿੰਦੀਆਂ। ਤਾਂ ਇਹ ਚੀਜ਼ ਬੰਦਿਆਂ ਨੂੰ ਸਮਝਣਾ ਪਏਗਾ ਕਿ ਇਸ ਤਰ੍ਹਾਂ ਦੀ ਜਿਹੜੀ ਹਰਕਤ ਹੈ ਜਾਂ ਇਸ ਤਰ੍ਹਾਂ ਜਿਹੜੀ ਚੀਜ਼ਾਂ ਹੋ ਰਹੀਆਂ, ਉਹਨਾਂ ਨੂੰ ਸਾਨੂੰ ਬਾਈਕਾਟ ਕਰਨਾ ਚਾਹੀਦਾ ਹੈ। ਅਗਰ ਤੁਸੀਂ ਮੈਰਿਜ ਬੇਸ ਤੇ ਜਾਣਾ ਹੈ, ਤੁਸੀਂ ਜੈਨੂਨ ਲੜਕੀ ਨਾਲ ਵਿਆਹ ਕਰਾਓ, ਤੁਸੀਂ ਜੈਨੂਨ ਮੈਰਿਜ ਕਰੋ। ਇਹ ਸੋਚ ਕੇ ਵਿਆਹ ਨਾ ਕਰਾਓ ਕਿ ਮੈਨੂੰ ਬਾਹਰ ਲੈ ਜਾਏਗੀ, ਕਿਉਂਕਿ ਜਦੋਂ ਇਹ ਸੋਚ ਕੇ ਵਿਆਹ ਕਰਾਉਂਦੇ ਆ, ਉਹਦੇ ਫਿਰ ਮੁਸੀਬਤਾਂ ਜਿਹੜੀਆਂ ਪਹਾੜ ਗਿਰਨੇ ਸ਼ੁਰੂ ਹੋ ਜਾਂਦੇ। ਅੱਗੇ ਜਦੋਂ ਕੋਈ ਰਿਸ਼ਤਾ ਪੱਕਾ ਹੁੰਦਾ ਸੀ, ਮੁੰਡੇ ਕੁੜੀ ਦਾ, ਮੁੰਡੇ ਵਾਲੇ ਪਰਿਵਾਰ ਦੇਖਦੇ ਹੁੰਦੇ ਸੀਗੇ ਕੁੜੀ ਦਾ ਵੀ ਪਰਿਵਾਰ ਕਿਸ ਤਰ੍ਹਾਂ ਦਾ, ਜਾਂ ਕੀ ਜ਼ਮੀਨ ਜਾਇਦਾਦ ਉਹਨਾਂ ਦੇ ਹਿੱਸੇ ਹੁੰਦੀ ਹੈ। ਪਰ ਅੱਜ ਕੱਲ ਲੋਕ ਦੇਖਦੇ ਨੇ ਕੁੜੀ ਦੇ ਆਇਲਸ 'ਚ ਬੈਂਡ ਕਿੰਨੇ ਨੇ। ਇਹ ਜਿਹੜਾ ਟ੍ਰੈਂਡ ਹੈ, ਇਹ ਟ੍ਰੈਂਡ ਸਿਰਫ ਪੰਜਾਬ ਦੇ ਵਿੱਚ ਹੀ ਹੈ, ਕਿਉਂਕਿ ਇਹ ਟ੍ਰੈਂਡ ਦੇ ਵੀ ਸਭ ਤੋਂ ਵੱਡੇ ਕਸੂਰਵਾਰ ਉਹ ਸਾਰੇ ਕੰਸਲਟੈਂਟ ਵੀ ਹੈ ਜਿਨ੍ਹਾਂ ਨੇ ਮਸ਼ਹੂਰੀਆਂ ਗਲਤ ਕੀਤੀਆਂ। ਤੁਸੀਂ ਗੱਲ ਨੂੰ ਸਮਝੋ, ਤੁਹਾਡੇ ਆਈਲੈਟਸ ਵਿੱਚੋਂ ਬੈਂਡ ਨਹੀਂ ਹੈ, ਤੁਸੀਂ ਕਿਸੇ ਵੀ ਦਿਨ ਦਾ ਅਖਬਾਰ ਖੋਲੋ, ਐਤਵਾਰ ਦਾ, ਸਾਰੀ ਖਬਰਾਂ ਵਿੱਚ ਐਡ ਲੱਗੀ ਹੁੰਦੀ ਹੈ, ਕੁੜੀ ਚਾਹੀਦੀ ਹੈ ਆਈਲੈਟਸ ਪਾਸ, ਮੁੰਡਾ ਚਾਹੀਦਾ ਹੈ, ਜਾਂ ਸਾਨੂੰ ਬੈਂਡ ਵਾਲੀ ਕੁੜੀ ਚਾਹੀਦੀ ਹੈ, ਜਾਂ ਸਾਨੂੰ ਰਿਸ਼ਤਾ ਚਾਹੀਦਾ ਹੈ, ਜਿਹੜੀ ਕੁੜੀ ਕੈਨੇਡਾ ਜਾਣ ਇੰਟਰਸਟਿਡ ਹੈ। ਇਹ ਕੀ ਸੀਗਾ, ਇਹ ਅੱਜ ਤੋਂ ਕਈ ਸਾਲ ਪਹਿਲਾਂ ਵੀ ਹੁੰਦਾ ਸੀਗਾ। ਪਹਿਲਾਂ ਇਹ ਹੁੰਦਾ ਸੀਗਾ ਕਿ ਭਾਈ ਸਾਹਿਬ 30 ਸਾਲ ਦਾ ਮੁੰਡਾ ਹੈ, ਕੈਨੇਡਾ ਦੇ ਵਿੱਚ ਬੈਠਾ, ਉਹਨੂੰ ਕੁੜੀ ਚਾਹੀਦੀ ਇੰਡੀਆ ਤੋਂ। ਹੁਣ ਉਹ ਟ੍ਰੈਂਡ ਜਿਹੜਾ ਆਈਲੈਟਸ ਦੇ ਵਿੱਚ ਆ ਗਿਆ। ਤਾਂ ਉਹ ਚੀਜ਼ਾਂ ਜਿਹੜੀਆਂ ਹੈਗੀਆਂ, ਹੁਣ ਰਿਸ਼ਤਾ ਜਿਹੜਾ ਹੈ ਉਹ ਸਿਰਫ ਕਾਗਜ਼ਾਂ ਦੇ ਆਧਾਰ ਤੇ ਹੈ। ਕਾਗਜ਼ ਵੀ ਨਾ ਕੁੜੀ ਦਾ ਪਿਓ ਕੀ ਕਰਦਾ ਹੈ, ਮੁੰਡਾ ਕੀ ਕਰਦਾ ਹੈ, ਸਿਰਫ ਇਹ ਦੇਖਿਆ ਜਾਂਦਾ ਹੈ ਕੁੜੀ ਦੇ ਆਈਲੈਟ ਸਕੋਰ ਹੈ, ਉਸ ਦੇ ਆਧਾਰ ਤੇ ਰਿਸ਼ਤਾ ਹੋ ਜਾਂਦਾ ਹੈ, ਉਸੇ ਦੇ ਆਧਾਰ ਤੇ ਵੀਜ਼ਾ ਹੁੰਦਾ। ਉਸੇ ਇਹ ਆਪਣੇ ਆਪ ਦੇ ਵਿੱਚ ਇੱਕ ਸੌਦੇਬਾਜ਼ੀ ਹੈ, ਔਰ ਇਹ ਸੌਦੇਬਾਜ਼ੀ ਜਦੋਂ ਹੁੰਦੀ ਹੈ ਤਾਂ ਉਹਦੀ ਨਫਾ ਤੇ ਨੁਕਸਾਨ। ਦੇਖੋ, ਮੁੰਡੇ ਨੂੰ ਪਤਾ ਹੁੰਦਾ ਕਿ ਮੈਂ ਇਸ ਕੁੜੀ ਦੇ ਨਾਲ ਵਿਆਹ ਅਸਲੀ ਕੀਤਾ ਕਿ ਨਕਲੀ ਕੀਤਾ। ਇੱਕ ਚੀਜ਼ ਸਮਝੋ, ਵੀਜ਼ਾ ਆਫਿਸਰ ਵੀ ਇਦਾਂ ਇਸ ਤਰ੍ਹਾਂ ਦਾ ਹੈ, ਜੋ ਵੀਜ਼ਾ ਅਫਸਰ ਫਾਈਲ ਦੇ ਵਿੱਚ ਦੇਖਦਾ, ਕੀ ਦੇਖਦਾ ਹੈ, ਹਰ ਤੀਜਾ ਬੰਦਾ ਪੰਜਾਬ ਦੇ ਵਿੱਚੋਂ ਵੀਜ਼ਾ ਲੱਗਣ ਤੋਂ 10 ਦਿਨ ਪਹਿਲਾਂ ਜਾਂ 10 ਦਿਨ ਬਾਅਦ ਵਿਆਹ ਕਰਾ ਰਿਹਾ। ਕਿਉਂ ਕਰਾ ਰਿਹਾ? ਇਹ ਚੀਜ਼ਾਂ ਆਉਣ ਵਾਲੇ ਟਾਈਮ ਵਿੱਚ ਹੋਰ ਸਾਰਿਆਂ ਨੂੰ ਮੁਸੀਬਤ ਬਣੇਗੀ, ਚਾਹੇ ਜਿਨ੍ਹਾਂ ਨੇ ਵਿਆਹ ਅਸਲੀ ਕਰਾਏ, ਚਾਹੇ ਜਿਨ੍ਹਾਂ ਨੇ ਵਿਆਹ ਜਾਲੀ ਕਰਾਏ ਆ। ਪਰ ਇਹ ਮੁਸੀਬਤਾਂ ਜਿਹੜੀਆਂ ਹੁਣ ਫੇਰ ਦੁਬਾਰਾ ਪੰਜਾਬ ਦੇ ਵਿੱਚ ਚੜਨਗੇ। ਕੈਨੇਡਾ ਇੰਨਾ ਕਿਹੜਾ ਸਵਰਗ ਹੋ ਗਿਆ ਕਿ ਜਿਹੜੇ ਵਿਆਹ ਵਰਗੇ ਪਵਿੱਤਰ ਰਿਸ਼ਤੇ ਹੁੰਦੇ ਆ ਉਹ ਸੌਦੇਬਾਜ਼ੀ 'ਚ ਬਦਲ ਗਏ। ਐਕਚੁਅਲੀ ਦੇਖੋ, ਕੈਨੇਡਾ ਸਵਰਗ ਦੀ ਗੱਲ ਨਹੀਂ, ਮੇਨ ਗੱਲ ਹੈ ਕਿ ਦੇਖੋ ਇਹਨਾਂ ਵਿੱਚ ਉਹ ਤਬਕੇ, ਉਹ ਸਟੂਡੈਂਟ ਸੀਗੇ
ਜਿਨ੍ਹਾਂ ਦਾ ਆਈਲੈਟਸ ਕਲੀਅਰ ਨਹੀਂ ਹੋ ਪਾ ਰਿਹਾ ਸੀਗਾ। ਤੁਸੀਂ ਸੋਚੋ 22 ਸਾਲ 21 ਸਾਲ 20 ਸਾਲ ਦਾ ਮੁੰਡਾ ਤੇ 18 ਸਾਲ ਦੀ ਕੁੜੀ ਦਾ ਵਿਆਹ ਕਿਸ ਤਰ੍ਹਾਂ ਹੋ ਜਾਂਦਾ ਹੈ। ਹਾਲੇ ਮੁੰਡੇ ਨੇ 12ਵੀਂ ਕਲੀਅਰ ਕੀਤੀ ਹੁੰਦੀ, ਆਈਲੈਟਸ ਦਾ ਐਗਜ਼ਾਮ 2-3 ਵਾਰ ਦਿੱਤਾ ਹੁੰਦਾ ਹੈ, ਉਹ ਕਲੀਅਰ ਨਹੀਂ ਹੁੰਦਾ, ਉਹਦਾ ਰਿਸ਼ਤਾ ਕਰ ਦਿੰਦੇ ਆ ਕੁੜੀ ਨਾਲ, ਤੇ ਕੁੜੀ ਦੇ ਬੈਂਡ ਹੁੰਦੇ ਆ, ਕੁੜੀ ਦੀ ਉਮਰ 18 ਸਾਲ ਦੀ ਹੁੰਦੀ, ਵਿਆਹ ਹੋ ਜਾਂਦਾ ਹੈ। ਇੱਕ ਪ੍ਰੈਕਟੀਕਲੀ ਦੱਸੋ ਪੋਸੀਬਿਲਿਟੀ ਨਹੀਂ ਹੈਗੀਆਂ। ਤਾਂ ਜਿਹੜਾ ਇਹ ਰਿਸ਼ਤਾ ਹੈ ਇਹ ਸਿਰਫ ਔਰ ਸਿਰਫ ਇੱਕ ਕਾਗਜ਼ਾਂ ਦੇ ਆਧਾਰ ਤੇ ਹੈ ਕਿ ਆਈਲੈਟਸ ਸਰਟੀਫਿਕੇਟ ਲੈ ਕੇ ਅਗਰ ਉਹਦੇ ਆਈਲੈਟਸ ਦੇ ਬੈਂਡ ਚੰਗੇ ਹੈ ਉਹਨਾਂ ਦਾ ਵੀਜ਼ਾ ਅਪਲਾਈ ਹੋ ਜਾਂਦਾ ਹੈ। ਪਰ ਇੱਕ ਸਵਾਲ ਸਭ ਤੋਂ ਵੱਡਾ ਹੈ, ਕੱਲ ਨੂੰ ਜਦੋਂ ਮੰਨ ਲਓ ਬੈਂਡ ਵੀ ਹੋਣ, ਰਿਸ਼ਤਾ ਵੀ ਹੋ ਗਿਆ, ਕੱਲ ਨੂੰ ਖੁਦਾ ਨਾ ਖਾਸਾ ਕੁੜੀ ਦਾ ਵੀਜ਼ਾ ਰਿਫਿਊਜ਼ ਹੋ ਜਾਏਗਾ, ਕਿਆ ਮੁੰਡੇ ਵਾਲੇ ਇਸ ਕੁੜੀ ਨੂੰ ਅਸੈਪਟ ਕਰਨਗੇ? ਇਹ ਵੀ ਬਹੁਤ ਵੱਡਾ ਸਵਾਲ ਹੈ। ਦੇਖੋ ਵੀਜ਼ਾ ਤਾਂ ਇੱਕ ਵੀਜ਼ਾ ਅਫਸਰ ਨੇ ਦੇਣਾ ਹੈ, ਇੱਕ ਕੰਸਲਟੈਂਟ ਸਿਰਫ ਸਲਾਹ ਦੇਣੀ ਹੈ ਉਹਨਾਂ ਨੂੰ ਕਿ ਤੁਹਾਡਾ ਵੀਜ਼ਾ ਆਉਣ ਦੇ ਚਾਂਸਸ ਹੈ। ਉਹ ਕੰਸਲਟੈਂਟ ਜਿਹੜਾ ਸਲਾਹ ਹੁੰਦੀ ਹੈ ਉਸ ਸਲਾਹ ਦੇ ਆਧਾਰ ਤੇ ਕੁੜੀ ਫਾਈਨਲ ਕਰ ਲੈਂਦਾ ਹੈ, ਉਹ ਮੁੰਡਾ ਉਸ ਆਧਾਰ ਤੇ ਆਪਣਾ ਫੀਸਾਂ ਟ੍ਰਾਂਸਫਰ ਕਰਾ ਦਿੰਦਾ ਹੈ, ਏਜੰਟ ਤੇ ਤੇ ਸਾਰੀ ਕਾਰਵਾਈ ਕਰ ਲੈਂਦਾ ਹੈ ਤੇ ਵੀਜ਼ਾ ਅਪਲਾਈ ਹੁੰਦਾ ਹੈ। ਜਦੋਂ ਵੀਜ਼ਾ ਰਿਫਿਊਜ਼ ਹੋ ਜਾਂਦਾ ਹੈ ਉਸ ਤੋਂ ਬਾਅਦ ਉਹਨਾਂ ਦੇ ਵਿੱਚ ਫਰਕ ਪੈਣਾ ਸ਼ੁਰੂ ਹੋ ਜਾਂਦਾ ਹੈ। ਉਹ ਫਰਕ ਪੈਣ ਦਾ ਰੀਜ਼ਨ ਕਿਉਂ ਹੁੰਦਾ? ਕਿਉਂਕਿ ਮੁੰਡੇ ਦੇ ਮਨ ਦੇ ਵਿੱਚ ਇਹੀ ਸੋਚ ਨਾਲ ਵਿਆਹ ਕੀਤਾ ਗਿਆ ਕਿ ਤੈਨੂੰ ਕੈਨੇਡਾ ਲੈ ਕੇ ਜਾਣਾ ਹੈ। ਅਗਰ ਉਹਦਾ ਵੀਜ਼ਾ ਲੱਗ ਜਾਂਦਾ ਫਿਰ ਤਾਂ ਬਹੁਤ ਵਧੀਆ ਹੈ, ਬਿਲਕੁਲ। ਅਗਰ ਨਹੀਂ ਲੱਗਦਾ ਤਾਂ ਆਪਾਂ ਫਿਰ ਉਹੀ ਗੱਲ ਹੈ ਕਿ ਆਪਾਂ ਕਸੂਰਵਾਰ ਕੁੜੀ ਨੂੰ ਠਹਿਰਾਉਂਦੇ ਆ, ਕੁੜੀ ਜਿਹੜੇ ਕਸੂਰਵਾਰ ਮੁੰਡੇ ਨੂੰ ਠਹਿਰਾਉਂਦੀ ਹੈ। ਕੁੜੀ ਕਹਿੰਦੀ ਮੈਨੂੰ ਬਾਰ-ਬਾਰ ਮੁੰਡਾ ਫੋਨ ਤਾਂ ਕਰਦਾ ਰਾਤੀ ਕਿਉਂਕਿ ਮੈਂ ਕੰਮ ਤੇ ਹੁੰਨੀ ਆ, ਤੇ ਮੁੰਡਾ ਵਿਹਲਾ ਹੁੰਦਾ ਉਹ ਫੋਨ ਕਰਦਾ ਰਹਿੰਦਾ ਹੈ। ਤਾਂ ਉਹ ਚੀਜ਼ਾਂ ਜਿਹੜੀਆਂ ਨਾ ਅੰਡਰਸਟੈਂਡਿੰਗ ਹੈ, ਉਹ ਲਾਈਫ ਦੇ ਵਿੱਚ ਅੰਡਰਸਟੈਂਡਿੰਗ ਹੋਣੀ ਬਹੁਤ ਜ਼ਰੂਰੀ ਹੈ। ਅੱਜ ਵੀ ਆਪਣੇ ਇੰਡੀਆ ਵਿੱਚ ਹੈਗੇ ਬਹੁਤ ਸਾਰੀ ਫੈਮਿਲੀ ਜਿੰਦੇ ਹਸਬੈਂਡ ਅਲੱਗ ਰਹਿੰਦੇ, ਵਾਈਫ ਕਿਤੇ ਹੋਰ ਕੰਮ ਕਰ ਰਹੀ ਹੁੰਦੀ, ਦੋਨਾਂ 'ਚ ਅੰਡਰਸਟੈਂਡਿੰਗ ਹੈਗੀ ਹੈ, ਦੋਨੋਂ ਨੂੰ ਪਤਾ ਕਿ ਇੱਕ ਦੂਜੇ ਦੀ ਲਾਈਫ ਹੈ। ਫੋਰਨ ਦੇ ਵਿੱਚ ਜਿਵੇਂ ਆਸਟ੍ਰੇਲੀਆ ਕੈਨੇਡਾ ਦੇ ਵਿੱਚ ਕਈ ਇਦਾਂ ਦੀ ਪੁਰਾਣੀ ਫੈਮਿਲੀ ਜਿਹਦੇ ਵਿੱਚ ਹਸਬੈਂਡ ਤੇ ਵਾਈਫ ਪੂਰਾ ਹਫਤਾ ਨਹੀਂ ਮਿਲਦੇ, ਅੰਡਰਸਟੈਂਡਿੰਗ ਹੈ। ਪ੍ਰੋਬਲਮ ਕੀ ਹੈ? ਪ੍ਰੋਬਲਮ ਹੈ ਕਿ ਆਪਾਂ ਇਹ ਸੋਚ ਕੇ ਰਿਸ਼ਤਾ ਕੀਤਾ ਕਿ ਆਪਾਂ ਨੂੰ ਬਾਹਰ ਭੇਜਣਾ ਹੈ। ਬਿਲਕੁਲ। ਉਹ ਬਾਹਰ ਦੇ ਲਾਲਚ ਜਦੋਂ ਕੁੜੀ ਬਾਹਰ ਚਲੀ ਜਾਂਦੀ ਹੈ ਫਿਰ ਮੁੰਡੇ ਲੱਗਦਾ ਕਿ ਮੈਨੂੰ ਕਿਉਂ ਨਹੀਂ ਬਾਹਰ ਬੁਲਾਇਆ, ਇਨਸਿਕਿਉਰਿਟੀ ਹੋ ਜਾਂਦੀ ਹੈ। ਉਹ ਇਨਸਿਕਿਉਰਿਟੀ ਦੀ ਜਿਹੜੀ ਸਭ ਤੋਂ ਵੱਡੀ ਜਿਹੜੀ ਇਨਸਿਕਿਉਰਿਟੀ ਹੈ। ਅਗਰ ਆਪਾਂ ਇੰਨੇ ਵਿਸ਼ਵਾਸ ਨਾਲ ਵਿਆਹ ਕੀਤਾ, ਇੰਨੇ ਵਿਸ਼ਵਾਸ ਨਾਲ ਵੀਜ਼ੇ ਫੀਸਾਂ ਭਰੀਆਂ, ਭੇਜ ਵੀ ਦਿੱਤਾ, ਤੇ ਆਪਾਂ ਨੂੰ ਵਿਸ਼ਵਾਸ ਵੀ ਰੱਖਣਾ ਪੈਣਾ ਹੈ, ਜਾਂ ਆਪਾਂ ਨੂੰ ਹੌਸਲਾ ਰੱਖਣਾ ਪੈਣਾ ਹੈ ਕਿ ਆਪਾਂ ਸਹੀ ਰਸਤੇ ਚੱਲੇ ਹਾਂ, ਗਲਤ ਰਸਤੇ ਨਹੀਂ ਚੱਲੇ। ਤੁਸੀਂ ਵੀ ਤੁਹਾਨੂੰ ਇੰਨੇ ਸਾਲ ਹੋ ਗਏ ਇਸ ਇਮੀਗ੍ਰੇਸ਼ਨ ਦੇ ਕੰਮ ਦੇ ਵਿੱਚ, ਤੁਸੀਂ ਵੀ ਅਜਿਹੇ ਬਹੁਤ ਕੇਸਿਸ ਦੇਖੇ ਹੋਣੇ ਆ, ਕੋਈ ਤੁਹਾਨੂੰ ਯਾਦ ਹੋਵੇ, ਤੁਹਾਡੇ ਨਿਗਾਹ ਦੇ ਵਿੱਚ ਹੋਵੇ ਜੋ ਕੋਈ ਇਦਾਂ ਦਾ ਕੇਸ ਆਇਆ ਹੋਵੇ? ਸਨਮ ਜੀ ਪਤਾ ਗੱਲ ਹੈ, ਇਹ ਜਿਹੜਾ ਹੁਣ ਦੇਖੋ ਇਹ ਇੱਕ ਚੀਜ਼ ਹੈ, ਇਹ ਪਿਛਲੇ ਮੈਂ 14 ਸਾਲਾਂ ਤੋਂ ਆਪਾਂ ਇਸ ਲਾਈਨ ਦੇ ਵਿੱਚ ਆ, ਪਿਛਲੇ 14 ਸਾਲਾਂ ਦੇ ਵਿੱਚ ਪਿਛਲੇ 1-2 ਸਾਲਾਂ ਤੋਂ ਹੀ ਇਹ ਚੀਜ਼ਾਂ ਦੇਖਣ ਨੂੰ ਮਿਲੀਆਂ। ਅੱਛਾ। ਪਹਿਲਾਂ ਨਹੀਂ ਹੁੰਦਾ ਸੀਗਾ। ਹੁਣ ਰੀਸੈਂਟਲੀ ਸਾਡੇ ਕੋਲ ਇੱਕ ਸਟੂਡੈਂਟ ਹੈਗਾ ਸੀਗਾ, ਸਾਡੇ ਕੋਲ ਇਨਕੁਆਇਰੀ ਕਰਕੇ ਗਿਆ, ਓਪਨ ਵਰਕ ਪਰਮਿਟ ਦੀ ਫਾਈਲ ਵਾਸਤੇ ਪੁੱਛ ਕੇ ਗਿਆ, ਸਾਨੂੰ ਡਾਕੂਮੈਂਟੇਸ਼ਨ ਸਾਡੇ ਤੋਂ ਕ੍ਰਾਸ ਚੈੱਕ ਕਰਕੇ ਗਿਆ। ਕੁਝ ਦਿਨ ਪਹਿਲਾਂ ਉਹੀ ਲੜਕਾ ਦੁਬਾਰਾ ਕੇ ਸਾਨੂੰ ਪੁੱਛ ਕੇ ਗਿਆ ਕਿ ਮੇਰੀ ਵਾਈਫ ਨੇ ਮੈਨੂੰ ਸਪਾਂਸਰ ਦੇਣ ਤੋਂ ਮਨਾ ਕਰਤਾ, ਹੁਣ ਦੱਸੋ ਮੈਂ ਕੀ ਕਰਾਂ। ਤਾਂ ਕਹਿਣ ਦਾ ਮਤਲਬ ਇਹ ਹੈ ਕਿ ਕੋਈ ਜ਼ੋਰ ਜ਼ਬਰਦਸਤੀ ਨਾਲ ਆਪਾਂ ਕਿਸੇ ਨੂੰ ਕੁਝ ਨਹੀਂ ਕਹਿ ਸਕਦੇ। ਅੱਜ ਲੜਕੀ ਚਲੀ ਗਈ, ਉਹਨੇ ਸਪਾਊਸ ਨੂੰ ਬੁਲਾਣਾ ਹੈ, ਨਹੀਂ ਬੁਲਾਣਾ, ਆਪਾਂ ਇਹ ਨਹੀਂ ਕਹਿ ਸਕਦੇ ਕਿ ਮੈਂ ਲੜਕੀ ਨੂੰ ਡਿਪੋਰਟ ਕਰ ਦੂੰਗਾ ਕਿਉਂਕਿ ਉਹਨੇ ਮੈਨੂੰ ਨਹੀਂ ਬੁਲਾਇਆ, ਕਿਉਂਕਿ ਵੀਜ਼ਾ ਅਫਸਰ ਨੇ ਇਹ ਚੀਜ਼ਾਂ ਨਹੀਂ ਦੇਖਣੀਆਂ। ਵੀਜ਼ਾ ਅਫਸਰ ਨੇ ਦੇਣਾ ਕਿ ਲੜਕੀ ਨੇ ਡਾਕੂਮੈਂਟੇਸ਼ਨ ਪੂਰੇ ਭੇਜੇ ਹੈ, ਅਗਰ ਉਹ ਡਾਕੂਮੈਂਟੇਸ਼ਨ ਪੂਰੇ ਭੇਜੇ ਹੈ, ਕਿਆ ਸਪਾਊਸ ਦਾ ਵੀਜ਼ਾ ਅਪਲਾਈ ਹੋਇਆ, ਤਾਂ ਇਹ ਨਹੀਂ ਕਿ ਆਪਾਂ ਲੜਕੀ ਨੇ ਸਪਾਂਸਰ ਨਹੀਂ ਭੇਜੀ ਤਾਂ ਮੈਂ ਉਹਨੂੰ ਡਿਪੋਰਟ ਕਰ ਦੂੰਗਾ, ਉਹ ਚਾਂਸਸ ਬਹੁਤ ਘੱਟ ਹੁੰਦੇ। ਉਸ ਆਪਸ਼ਨਸ ਕੀ ਹੁੰਦੇ? ਚਲੋ ਜਿਹਦੇ ਨਾਲ ਹੋ ਗਿਆ, ਵਾਪਰ ਗਈ ਘਟਨਾ, ਚਲੋ ਵਾਪਰ ਗਈ ਵੀ ਲੜਕੀ ਚਲੀ ਗਈ, ਉਸਨੇ ਬੁਲਾਇਆ ਨਹੀਂਗਾ, ਉਹ ਲੜਕੇ ਵਾਲਿਆਂ ਕੋਲ ਫਿਰ ਕੀ ਆਪਸ਼ਨਸ ਨੇ? ਦੇਖੋ ਲੜਕੇ ਵਾਲਿਆਂ ਕੋਲ ਬੜੀ ਕਲੀਅਰ ਆਪਸ਼ਨਸ ਹੈ ਕਿ ਜਦ ਤੱਕ ਅੱਜ ਤੱਕ ਹੁੰਦਾ ਕਿ ਕੈਨੇਡਾ ਹਾਈ ਕਮਿਸ਼ਨ ਦਾ ਜਿਹੜਾ ਸਿਸਟਮ ਹੈ ਉਹ ਇਹ ਕਹਿੰਦਾ ਕਿ ਜਦੋਂ ਲੜਕੀ ਕੈਨੇਡਾ ਚਲੀ ਜਾਏ, ਸਟੂਡੈਂਟ ਕੈਨੇਡਾ ਚਲ ਜਾਏ, ਚਾਹੇ ਉਹ ਲੜਕਾ ਚਾਹੇ ਉਹ ਲੜਕੀ, ਜਿਹੜਾ ਸਟੂਡੈਂਟ ਕੈਨੇਡਾ ਚਲਾ ਜਾਏ, ਅਗਰ ਉਹਨੇ ਆਪਣੇ ਸਪਾਊਸ ਨੂੰ ਬੁਲਾਣਾ ਹੈ ਇੰਡੀਆ ਤੋਂ, ਤਾਂ ਉਹਦੇ ਵਿੱਚ ਉਹਦੀ ਸਪਾਂਸਰਸ਼ਿਪ ਲੈਟਰ ਰਿਕੁਆਇਰਡ ਹੁੰਦੀ ਹੈ। ਉਹ ਸਪਾਂਸਰਸ਼ਿਪ ਲੈਟਰ ਉੱਥੋਂ ਦੇ ਟੈਸਟਡ ਨੋਟਰੀ, ਜਿਵੇਂ ਆਪਣੇ ਇੰਡੀਆ ਵਿੱਚ ਨੋਟਰੀ ਹੁੰਦੀ ਹੈ, ਉੱਥੋਂ ਸਪਾਂਸਰਸ਼ਿਪ ਲੈਟਰ ਟੈਸਟਡ ਕਰਾਣੀ ਪਏਗੀ। ਉਹਨੂੰ ਲੜਕੀ ਨੂੰ ਆਪਣਾ ਪਾਸਪੋਰਟ ਫੋਟੋਕਾਪੀ ਦੇਣੀ ਪਏਗੀ, ਉਹਨੂੰ ਵੀਜ਼ੇ ਦੀ ਕਾਪੀ ਦੇਣੀ ਪਏਗੀ, ਉਹਨੂੰ ਆਪਣਾ ਜਿਹੜਾ ਰੈਂਟ ਐਗਰੀਮੈਂਟ ਉਹ ਦੇਣਾ ਪਏਗਾ, ਜਿੱਥੇ ਜੌਬ ਕਰ ਰਹੀ ਹੈ ਉਹ ਸਾਰੀ ਜੌਬ ਦੀ ਡਿਟੇਲ ਦੇਣੀਆਂ ਪੈਣਗੀਆਂ, ਉਹਨੂੰ ਉਸ ਤੋਂ ਇਲਾਵਾ ਜਿਹੜੀ ਆਪਸ ਵਿੱਚ WhatsApp ਚੈਟ ਹੈ ਉਹ ਸਾਰੀ ਹਿਸਟਰੀ ਦੇਣੀ ਪੜੇਗੀ। ਇਹ ਸਾਰੇ ਡਾਕੂਮੈਂਟੇਸ਼ਨ ਕੱਲੇ ਇੱਕ ਸਪਾਂਸਰ ਦੇ ਆਧਾਰ ਤੇ ਵੀਜ਼ਾ ਨਹੀਂ ਮਿਲਦਾ। ਅਗਰ ਅੱਜ ਮੰਨ ਲਓ ਇਹ ਸਾਰੀ ਚੀਜ਼ਾਂ ਅਗਰ ਸਬਮਿਟ ਕਰੇਗਾ ਤਾਂ ਉਸ ਦੇ ਆਧਾਰ ਤੇ ਉਹਦਾ ਵੀਜ਼ਾ ਅਪਲਾਈ ਹੋਣਾ ਹੈ। ਵੀਜ਼ਾ ਦੇਣਾ ਜਾਂ ਨਹੀਂ ਦੇਣਾ ਵੀਜ਼ਾ ਆਫਿਸਰ ਦੇ ਹੱਥ 'ਚ ਹੈ। ਬਹੁਤ ਸਾਰੇ ਸਟੂਡੈਂਟ ਕਲਾਇੰਟ ਇਹ ਵੀ ਕਹਿੰਦਾ ਹੈ ਕਿ ਠੀਕ ਹੈ ਜੀ, ਮੈਂ ਆਪਣੇ ਉਧਰ ਜਿਹੜਾ ਬੰਦਾ ਬਾਹਰ ਬੈਠਾ ਲੜਕਾ ਲੜਕੀ ਉਹਦੇ ਕੋਲੋਂ ਸਪਾਂਸਰ ਮੰਗਾ ਲੂੰਗਾ, ਮੇਰਾ ਵੀਜ਼ਾ 100% ਮੈਨੂੰ ਸਪਾਂਸਰਸ਼ਿਪ ਭੇਜ ਦੇ। ਸਪਾਂਸਰ ਵੀਜ਼ਾ ਨਹੀਂ ਦਿੰਦੀ। ਅੱਜ ਲੜਕੀ ਜਾਂ ਲੜਕਾ ਸਪਾਂਸਰ ਬਾਹਰੋਂ ਭੇਜ ਵੀ ਦੇਵੇ, ਭੇਜਣ ਤੋਂ ਬਾਅਦ ਅਗਰ ਐਮਬੈਸੀ ਨੂੰ ਮੇਲ ਕਰ ਦੇਵੇ ਕਿ ਮੇਰੀ ਇਹ ਸਪਾਂਸਰਸ਼ਿਪ ਕੈਨਸਲ ਕਰ ਦਿਓ, ਤਾਂ ਵੀਜ਼ਾ ਅਫਸਰ ਨੇ ਲੜਕੀ ਦੀ ਸੁਣਨੀ ਹੈ। ਅੱਛਾ। ਕਿਉਂਕਿ ਰੀਜ਼ਨ ਕੀ ਹੈ, ਐਪਲੀਕੈਂਟ ਜਿਹੜਾ ਬੁਲਾਣਾ ਚਾਹੁੰਦਾ ਹੈ ਉਹਦੀ ਰਜ਼ਾਮੰਦੀ ਜ਼ਰੂਰੀ ਹੈ। ਅੱਛਾ। ਕੱਲ ਨੂੰ ਲੜਕੀ ਇਹ ਵੀ ਕਹਿ ਸਕਦੀ ਮੈਂ ਪ੍ਰੈਸ਼ਰ ਵਿੱਚ ਆ ਕੇ ਸਪਾਂਸਰਸ਼ਿਪ ਭੇਜਤੀ। ਅੱਛਾ। ਜਾਂ ਇਹ ਵੀ ਕਹਿ ਸਕਦੀ ਹੈ ਠੀਕ ਹੈ ਜੀ, ਮੈਨੂੰ ਲੱਗਦਾ ਸੀਗਾ ਕਿ ਮੈਂ ਆਪਣੇ ਸਪਾਊਸ ਨਾਲ ਕੁਝ ਟਾਈਮ ਸਪੈਂਡ ਕਰ ਸਕਦੀ ਹਾਂ, ਹੁਣ ਮੈਂ ਬਿਜ਼ੀ ਹਾਂ, ਮੇਰੀ ਸਪਾਂਸਰਸ਼ਿਪ ਕੈਨਸਲ ਕਰ ਦਿਓ।
ਤਾਂ ਕੁੱਲ ਮਿਲਾ ਗੱਲ ਹੈ ਕਿ ਇਹ ਜਿਹੜੀ ਅੰਡਰਸਟੈਂਡਿੰਗ ਹੈ, ਜਦ ਤੱਕ ਉਹ ਅੰਡਰਸਟੈਂਡਿੰਗ ਨਹੀਂ ਹੈਗੀ ਦੋਨਾਂ ਦੇ ਵਿੱਚ, ਉਹਦੇ ਵਿੱਚ ਕੋਈ ਇਦਾਂ ਦਾ ਸੋਲੂਸ਼ਨ ਨਹੀਂ। ਮਤਲਬ ਜੇ ਕੁੜੀ ਉੱਥੇ ਜਾ ਕੇ ਮੁੱਕਰ ਜਾਂਦੀ ਹੈ ਕਿ ਮੈਂ ਆਪਣੇ ਸਪਾਊਸ ਨੂੰ ਨਹੀਂ ਬੁਲਾਣਾ, ਆਪਣੇ ਪਤੀ ਨੂੰ ਨਹੀਂ ਬੁਲਾਣਾ, ਤਾਂ ਮੁੰਡੇ ਵਾਲਿਆਂ ਦੇ ਕੋਲ ਕੋਈ ਹੈ ਨਹੀਂਗਾ, ਕੋਈ ਸਿਸਟਮ ਵੀ ਰੋਕ ਨਹੀਂ ਸਕਦੇ। ਉਹਨਾਂ ਕੋਲੋਂ ਕੋਈ ਰਾਈਟਸ ਨਹੀਂ ਹੈ ਕਿ ਆਪਣੀ ਵਾਈਫ ਨੂੰ ਉਧਰੋਂ ਬੁਲਾਵੇ, ਕਿਉਂਕਿ ਰੀਜ਼ਨ ਕੀ ਹੈ, ਉਹਨਾਂ ਨੇ ਆਪਣੇ ਬਿਹਾਫ ਤੇ ਵਾਈਫ ਨੂੰ ਭੇਜਿਆ, ਵਾਈਫ ਦੇ ਉੱਤੇ ਸਟੱਡੀ ਚੱਲ ਰਹੀ ਹੈ। ਜਿਸ ਤਰ੍ਹਾਂ ਹੁਣ ਬੇਅੰਤ ਕੌਰ ਬਾਜਵਾ ਦਾ ਕੇਸ ਹੈ, ਜਿਸ ਤਰ੍ਹਾਂ ਲੋਕ ਹੁਣ ਮੰਗ ਕਰ ਰਹੇ ਨੇ ਕਿ ਉਹਨੂੰ ਡਿਪੋਰਟ ਕੀਤਾ ਜਾਵੇ, ਚਰਚਾਵਾਂ ਵੀ ਆਈਆਂ ਸੀ ਕਿ ਉਹ ਡਿਪੋਰਟ ਕਰ ਰਹੀ ਹੈ ਉਹਨੂੰ ਸਰਕਾਰ, ਕਿ ਵਾਕਈ ਇਸ ਤਰ੍ਹਾਂ ਇੰਨਾ ਸੌਖਾ ਹੈ ਕਿ ਇਸ ਤਰੀਕੇ ਨਾਲ ਡਿਪੋਰਟ ਕੀਤਾ ਜਾਂਦਾ। ਜਿਹੜੀ ਚੀਜ਼ ਲਵਪ੍ਰੀਤ ਸਿੰਘ ਨਾਲ ਹੋਈ ਬੜੀ ਮਾੜੀ ਹੋਈ ਹੈ, ਔਰ ਇਹ ਤਾਂ ਚੀਜ਼ ਹੈ ਕਿ ਨੋ ਡਾਊਟ ਉਹ ਬਹੁਤ ਗਲਤ ਇੱਕ ਉਸ ਲੜਕੇ ਦੇ ਪ੍ਰਤੀ ਹੋਇਆ, ਬਟ ਗੱਲ ਹੈ ਕਿ ਇਹ ਹਾਈ ਕਮਿਸ਼ਨ ਇਦਾਂ ਦੀ ਜਿਹੜੇ ਇਦਾਂ ਦੇ ਕੇਸ ਹੋ ਜਾਂਦੇ ਆ, ਇਸ ਕੇਸ ਦੇ ਵਿੱਚ ਆ ਕੇ ਹੋ ਸਕਦਾ ਕਿ ਹਾਈ ਕਮਿਸ਼ਨ ਜਿਹੜੀ ਉੱਥੇ ਦੀ ਗਵਰਨਮੈਂਟ ਇਸ ਚੀਜ਼ ਨੂੰ ਸੀਰੀਅਸਲੀ ਨੋਟ ਲਵੇ, ਪਰ ਲਵਪ੍ਰੀਤ ਵਰਗੇ ਹਜ਼ਾਰਾਂ ਬੰਦੇ ਇਸ ਤਰ੍ਹਾਂ ਦੇ ਪੰਜਾਬ ਦੇ ਵਿੱਚ ਘੁੰਮਦੇ ਪਏ ਜਿਨ੍ਹਾਂ ਦੀਆਂ ਫਾਈਲਾਂ ਸਪਾਊਸ ਦੀਆਂ ਲੱਗੀਆਂ ਹੋਈਆਂ, ਸਪਾਂਸਰਸ਼ਿਪ ਨਹੀਂ ਆ ਰਹੀ, ਜਿਨ੍ਹਾਂ ਨੂੰ ਬੈਨ ਲਾਤਾ, ਇਦਾਂ ਦੇ ਕਈ ਕੇਸ ਤੁਹਾਨੂੰ ਹੁਣ ਦੇਖੋ, ਕਿਉਂਕਿ ਇੱਕ ਲਵਪ੍ਰੀਤ ਦੇ ਨਾਲ ਹੋਣ ਦੇ ਨਾਲ ਹੁਣ ਹਜ਼ਾਰਾਂ ਹੀ ਇਦਾਂ ਦੇ ਬੱਚੇ ਹੈਗੇ ਆ ਜਿਹੜੇ ਆਪਣੀ ਆਵਾਜ਼ ਉਠਾ ਰਹੇ ਕਿ ਸਾਡੇ ਨਾਲ ਵੀ ਇਸ ਤਰ੍ਹਾਂ ਦਾ ਹੀ ਫਰਾਡ ਹੋਇਆ। ਤੇ ਕੀ ਕੈਨੇਡਾ ਤੁਹਾਨੂੰ ਲੱਗਦਾ ਹੈ ਕਿ ਇਸ ਚੀਜ਼ਾਂ ਦਾ ਹੁਣ ਸਾਨੂੰ ਸੋਸ਼ਲ ਮੀਡੀਆ ਤੇ ਦਿਖ ਰਿਹਾ, ਤਾਂ ਕੈਨੇਡਾ ਦਾ ਹਾਈ ਕਮਿਸ਼ਨ ਵੀ ਤਾਂ ਉਹਨੂੰ ਇਸ ਚੀਜ਼ ਦਾ ਪਤਾ ਹੀ ਹੋਣਾ ਕਿ ਚੱਲ ਕੀ ਰਿਹਾ ਇਸ ਸਮੇਂ, ਉਹ ਵੀ ਕੋਈ ਮਤਲਬ ਆਪਣੇ ਰੂਲਸ ਐਂਡ ਰੈਗੂਲੇਸ਼ਨਸ ਕੋਈ ਬਦਲਾ ਲਿਆ ਸਕਦੀ ਹੈ? ਬਿਲਕੁਲ ਲੈ ਕੇ ਆਏਗੀ। ਦੇਖੋ ਨਾ ਹੁਣ ਆਈਡੈਂਟੀ ਕੀ ਜਿੰਨੇ ਵੀ ਫਾਈਲਾਂ ਹਾਈ ਕਮਿਸ਼ਨ ਦੇ ਵਿੱਚ ਲੱਗਦੀਆਂ ਸਪਾਊਸ ਦੀਆਂ, ਤੁਸੀਂ ਲੈ ਕੇ ਚੱਲੋ ਕਿ ਏਜੰਟ ਲਗਾਉਣ ਵਾਲੇ ਬਹੁਤ ਹੈ, ਜਿਹੜੀ ਲੜਕੀ ਚਲੇਗੀ ਜਾਂ ਲੜਕਾ ਕੈਨੇਡਾ ਚਲਾ ਗਿਆ, ਸਪਾਊਸ ਦਾ ਵੀਜ਼ਾ ਅਪਲਾਈ ਕਰਨਾ, ਬਹੁਤ ਏਜੰਟ ਫਾਈਲ ਲਗਾ ਰਹੇ ਹਨ, ਪਰ ਰਿਫਿਊਜ਼ਲਾਂ ਬਹੁਤ ਹੈ ਨੇ, ਕਿਉਂਕਿ ਹਾਈ ਕਮਿਸ਼ਨ ਇਸ ਨੂੰ ਅੰਡਰਸਟੈਂਡ ਕਰਦਾ ਪਿਆ ਹੈ ਕਿ ਪੰਜਾਬ ਦੀ ਜਿਹੜੀ ਮਾਰਕੀਟ ਹੈ ਉਹਦੇ ਵਿੱਚ ਫੇਕ ਮੈਰਿਜਾਂ ਬਹੁਤ ਹੋ ਰਹੀਆਂ। ਅੱਜ ਉਹ ਲੜਕੀ ਤੇ ਪੈਸਾ ਲਾਇਆ ਜਾਂ ਮੈਰਿਜ ਉਹਨੇ ਜੈਨੂਨ ਕੀਤੀ, ਹਾਈ ਕਮਿਸ਼ਨ ਨਜ਼ਰਾਂ 'ਚ ਫੇਕ ਵਿਆਹ, ਜਾਲੀ ਵਿਆਹ ਹੈ। ਕਿਉਂ? ਇੱਕ ਚੀਜ਼ ਪ੍ਰੈਕਟੀਕਲੀ ਸੋਚੋ, ਅੱਜ ਲੜਕੀ ਦਾ ਵੀਜ਼ਾ ਆਂਦਾ ਹੈ, 10ਵੇਂ ਦਿਨ ਉਹਨੂੰ ਕੈਨੇਡਾ ਦਾ ਉਹਦੀ ਮੈਰਿਜ ਹੋ ਜਾਂਦੀ ਇੰਡੀਆ ਵਿੱਚ। ਇਹ ਐਮਬੈਸੀ ਨੂੰ ਸਵਾਲ ਹੈ, ਐਮਬੈਸੀ ਕਹਿੰਦੀ ਤੁਹਾਨੂੰ ਮੈਰਿਜ ਕਰਾਉਣਾ ਕਿੱਥੋਂ ਯਾਦ ਆਇਆ? ਬਿਲਕੁਲ। ਜਿਸ ਦਿਨ ਲੜਕੀ ਦਾ ਆਫਰ ਲੈਟਰ ਆਂਦੀ ਉਸ ਤੋਂ 10 ਦਿਨ ਬਾਅਦ ਕੁੜੀ ਦਾ ਵਿਆਹ ਹੋ ਜਾਂਦਾ ਹੈ, ਤਾਂ ਵੀਜ਼ਾ ਅਪਲਾਈ ਕਰਨ ਤੋਂ 10 ਦਿਨ ਪਹਿਲਾਂ ਵਿਆਹ ਹੋ ਜਾਂਦਾ ਹੈ। ਤਾਂ ਇਹ ਸਾਰੀ ਚੀਜ਼ਾਂ ਹੁਣ ਐਮਬੈਸੀ ਬਹੁਤ ਜ਼ਿਆਦਾ ਡੀਪਲੀ ਵਾਚ ਕਰੇ, ਪਹਿਲਾਂ ਵੀ ਇਹ ਵਾਚ ਕਰ ਰਹੀ ਸੀ ਪਰ ਹੁਣ ਜ਼ਿਆਦਾ ਸਟ੍ਰਿਕਟ ਹੋ ਜਾਏਗੀ। ਤਾਂ ਉਹੀ ਜਿਹੜੇ ਕਲਾਇੰਟਸ ਜਿਨ੍ਹਾਂ ਨੇ ਜੈਨੂਅਨ, ਜਿਨ੍ਹਾਂ ਨੇ ਫਾਈਲਾਂ ਲਾਣੀਆਂ, ਜਿਨ੍ਹਾਂ ਦੇ ਜੈਨੂਅਨ ਵਿਆਹ ਹੋਏ ਹੈ, ਜਿਨ੍ਹਾਂ ਦੇ ਸਪਾਊਸ ਸਟੂਡੈਂਟ ਆਲਰੇਡੀ ਉੱਥੇ, ਉਹਨਾਂ ਨੂੰ ਬਹੁਤ ਵੱਡੀ ਮੁਸੀਬਤ ਦਾ ਸਾਹਮਣਾ ਕਰਨਾ ਪਏਗਾ। ਹਨੀ ਜੀ, ਜਿਸ ਤਰ੍ਹਾਂ ਆਪਾਂ ਗੱਲ ਕੀਤੀ ਹੈ ਕਿ ਐਦਾਂ ਹੋ ਰਿਹਾ, ਲੜਕੀ ਉੱਥੇ ਬਾਹਰ ਜਾ ਕੇ ਮੁੱਕਰ ਜਾਂਦੀ ਹੈ, ਪਰ ਵੀ ਆ ਕੰਟਰੈਕਟ ਮੈਰਿਜਸ ਹੁੰਦੀਆਂ ਨੇ, ਵੀ ਤੁਸੀਂ ਕੰਟਰੈਕਟ ਮੈਰਿਜ ਕਰੋ, ਤੁਸੀਂ ਬਾਹਰ ਚਲ ਜਾਓ, ਤੁਸੀਂ ਮੁੰਡੇ ਨੂੰ ਵੀ ਬਾਹਰ ਲੈ ਜਾਓਗੇ ਜਾਂ ਕੁੜੀ ਨੂੰ ਵੀ ਬਾਹਰ ਲੈ ਜਾਓ, ਇਹ ਰਾਹ ਦਿਖਾਉਣ ਵਾਲੇ ਵੀ ਤਾਂ ਏਜੰਟ ਨੇ ਨਾ। ਆ ਰਾਹ ਪਾਇਆ ਕਿੰਨੇ ਆ? ਏਜੰਟਾਂ ਨੇ ਪਾਇਆ, ਤਾਂ ਲੋਕਾਂ ਨੇ ਕਰਨਾ ਸ਼ੁਰੂ ਕੀਤਾ। ਬਿਲਕੁਲ ਸਹੀ ਗੱਲ ਹੈ ਸਨਮ, ਤੁਸੀਂ ਮੰਨਦੇ ਹੋ ਕਿ ਏਜੰਟਾਂ ਦੀ ਗਲਤੀ ਹੈ? 100%। ਇਹਦੇ ਵਿੱਚ ਜਿੰਨੇ ਕੋ ਜ਼ਿੰਮੇਵਾਰ ਆਪਾਂ ਕਹਿੰਦੇ ਉਸ ਤੋਂ ਜ਼ਿਆਦਾ ਜ਼ਿੰਮੇਵਾਰ ਉਹ ਕੰਸਲਟੈਂਟ ਹੈ, ਕਿਉਂਕਿ ਰੀਜ਼ਨ ਕੀ ਹੈ, ਜਿਹੜੀ ਮਸ਼ਹੂਰੀ ਹੈ ਉਹ ਮਸ਼ਹੂਰੀ ਦੇਖ ਕੇ ਹੀ ਪ੍ਰੋਡਕਟ ਵਿਕਦਾ ਹੈ। ਮਸ਼ਹੂਰੀ ਤੁਸੀਂ ਸਮਝੋ ਐਡ ਕੀ ਚੱਲ ਰਹੀ, ਇੱਕ ਦਿਨ ਪੁਰਾਣਾ ਵਿਆਹ ਕੈਨੇਡਾ ਚੱਲੇਗਾ, ਸਪਾਊਸ ਨੂੰ ਆਪਣੇ ਨਾਲ ਲੈ ਕੇ ਜਾਓ, ਮਾਂ-ਬਾਪ ਨੂੰ ਨਾਲ ਲੈ ਕੇ ਜਾਓ, ਠੀਕ ਹੈ, ਤੁਹਾਨੂੰ ਡਾਕੂਮੈਂਟੇਸ਼ਨ ਲੈਸ ਡਾਕੂਮੈਂਟ ਨਾਲ ਕੈਨੇਡਾ ਦਾ ਵੀਜ਼ਾ ਅਪਲਾਈ ਕਰੋ। ਇਹ ਮਸ਼ਹੂਰੀਆਂ ਹੀ ਜ਼ਿੰਮੇਵਾਰ ਹੈਗੀਆਂ, ਕਿਉਂਕਿ ਹੁੰਦਾ ਕੀ ਹੈ ਕਿ ਸਟੂਡੈਂਟ ਨੂੰ ਕਿਹਨੇ ਦੱਸਣਾ? ਸਟੂਡੈਂਟ ਨੂੰ ਕੰਸਲਟੈਂਟ ਨੇ ਰਾਹ ਪਾਣਾ। ਬਿਲਕੁਲ। ਕੰਸਲਟੈਂਟ ਕੋਲ ਜਾਂਦਾ ਹੈ ਬੱਚਾ, ਬੱਚੇ ਨੂੰ ਕਿਹਾ ਜਾਂਦਾ ਤੇਰੇ ਆਈਲੈਟਸ ਦੇ ਬੈਂਡ ਨਹੀਂ ਆਣੇ, ਕੁੜੀ ਲੱਭ ਲੈ। ਉਹ ਸ਼ੁਰੂਆਤ ਉੱਥੋਂ ਹੀ ਹੋਈ ਹੈ। ਪਰ ਗੱਲ ਹੈ ਕਿ ਇਹ ਚੀਜ਼ਾਂ ਦੇਖੋ, ਹਰ ਟ੍ਰੇਡ ਦੇ ਵਿੱਚ ਮਾੜੇ ਚੰਗੇ ਲੋਕ ਹੈ, ਪਰ ਇਹ ਮਾੜੇ ਏਜੰਟ ਸ਼ੁਰੂਆਤ ਕਰਕੇ ਬੰਦਿਆਂ ਨੂੰ ਉਹ ਰਾਹ ਤੋੜ ਕੇ ਆ ਪਿੱਛੇ ਹੋ ਗਏ। ਬਿਲਕੁਲ। ਅੱਜ ਉਸ ਕੰਸਲਟੈਂਟ ਦੀ ਕੋਈ ਜ਼ਿੰਮੇਵਾਰੀ ਥੋੜੀ, ਜਿਹਨੇ ਰਾਹ ਦਿੱਤਾ ਹੋਣਾ ਹੈ, ਜਿਹਨੇ ਰਾਹ ਦਿੱਤਾ ਲਵਪ੍ਰੀਤ ਨੂੰ, ਉਹਦੀ ਜ਼ਿੰਮੇਵਾਰੀ ਖਤਮ ਹੋ ਗਈ ਹੋਣੀ ਹੈ, ਬਟ ਉਸ ਬੰਦੇ ਨੇ ਆਪਣੀ ਜ਼ਿੰਦਗੀ ਨੂੰ ਖਤਮ ਕਰਤਾ। ਤੁਸੀਂ ਇਹ ਸੋਚੋ ਕਿੰਨੀ ਮਾੜੀ ਗੱਲ ਹੈ ਇਸ ਚੀਜ਼ ਉੱਤੇ। ਤਾਂ ਇਹੀ ਗੱਲ ਹੈ ਕਿ ਜਿੰਨੀ ਕੁ ਸਕੂਲ ਦੇ ਵਿੱਚ ਕੀ ਹੁੰਦਾ ਹੈ, ਟੀਚਰ ਜ਼ਿੰਮੇਵਾਰ ਹੈ। ਟੀਚਰ ਮਾੜਾ ਪੜਾਉਂਦਾ, ਬੱਚੇ ਦੀ ਜ਼ਿੰਦਗੀ ਸਵਾਰ ਦਿੰਦਾ, ਵਧੀਆ ਪੜਾਏਗਾ, ਅਗਰ ਮਾੜਾ ਪੜਾਏ ਜ਼ਿੰਦਗੀ ਬਰਬਾਦ ਕਰ ਦੇਗਾ। ਉਦਾਂ ਹੀ ਕੰਸਲਟੈਂਟ ਹੈ। ਮੈਂ ਤੁਹਾਨੂੰ ਲਾਸਟ ਟਾਈਮ ਵੀ ਗੱਲ ਕਰ ਰਿਹਾ ਸੀ, ਜਿਹੜਾ ਹੁਣ ਸਾਡੀ ਟ੍ਰੇਡ ਹੈ ਸਟੂਡੈਂਟ ਵੀਜ਼ਾ ਐਕਸਪਰਟ, ਉਹ ਐਕਸਪਰਟ ਰਹੇ ਨਹੀਂ, ਕਿਉਂਕਿ ਸੋਸ਼ਲ ਮੀਡੀਆ ਤੇ ਹਰ ਬੰਦਾ ਆਪਣੀ ਕਹਾਣੀ ਸੁਣਾ ਕੇ ਚਲਾ ਜਾਏਗਾ। ਉਹ ਕਹਾਣੀ ਸੁਣ ਕੇ ਕਈ ਉਸ ਚੀਜ਼ ਨੂੰ ਸੀਰੀਅਸ ਲੈ ਲੈਂਦੇ, ਕਈ ਚੀਜ਼ ਨੂੰ ਮਜ਼ਾਕ ਕਰਦੇ ਹੈ। ਉਹ ਮਜ਼ਾਕ ਦੇ ਵਿੱਚ ਹੀ ਸਾਰੀ ਚੀਜ਼ਾਂ ਉਲਝ ਜਾਂਦੀਆਂ। ਅੱਜ ਆਪਾਂ ਇਹ ਸੋਚ ਕੇ ਵਿਆਹ ਕਰਾ ਰਹੇ ਹਾਂ ਕਿ ਮੈਂ ਕੈਨੇਡਾ ਜਾਣਾ ਹੈ, ਕਿ ਮੇਰੀ ਵਾਈਫ ਦਾ ਵੀਜ਼ਾ ਆਏਗਾ, ਮੈਂ ਵੀ 6 ਮਹੀਨੇ ਬਾਅਦ ਚਲ ਜਾਊਂਗਾ। ਇਹ ਰਾਹ ਜਿੰਨੇ ਏਜੰਟਸ ਨੇ ਦਿਖਾਇਆ ਉਹ ਵੀ ਜ਼ਿੰਮੇਵਾਰ ਹੈ। ਉਹ ਜਿਹੜੀ ਲੜਕੀ ਨੇ ਇਹ ਸੋਚ ਕੇ ਮਾੜਾ ਕੀਤਾ ਉਸ ਨਾਲ, ਉਹ ਵੀ ਜ਼ਿੰਮੇਵਾਰ ਹੈ। ਜ਼ਿੰਮੇਵਾਰੀ ਹਰ ਇੱਕ ਦੀ ਬਣਦੀ ਹੈ, ਬਟ ਗੱਲ ਹੈ ਕਿ ਇਹ ਸਟੂਡੈਂਟ ਨੂੰ ਜਿਹੜੇ ਵੀਜ਼ਾ ਅਪਲਾਈ ਕਰ ਰਹੇ ਹੈ, ਕੰਸਲਟੈਂਟ ਜਾਂ ਸਟੂਡੈਂਟ, ਬੜਾ ਸੋਚ ਸਮਝ ਕੇ ਡਿਸੀਜਨ ਲੈਣ, ਬਿਕੋਜ਼ ਇਹ ਡਿਸੀਜਨ ਬਹੁਤ ਵੱਡਾ ਹੈ। ਬਿਲਕੁਲ। ਆਪਾਂ ਕਿਤੇ ਵੀ ਜਾਂਦੇ ਆ, ਮੈਰਿਜ ਜ਼ਿੰਦਗੀ ਵਿੱਚ ਵਿਆਹ ਆਪਾਂ ਜਦੋਂ ਹੁੰਦਾ ਤਾਂ ਬੜੀ ਜ਼ਿੰਮੇਵਾਰੀਆਂ ਹੁੰਦੀਆਂ,
ਇਹ ਵੀ ਜਿਵੇਂ ਆਪਣਾ ਵੀ ਧਿਆਨ ਰੱਖਣਾ, ਆਪਣੇ ਬੱਚਿਆਂ ਦਾ ਵੀ ਧਿਆਨ ਰੱਖਣਾ, ਮਾਪੇ ਦਾ ਧਿਆਨ ਰੱਖਣਾ, ਇਹ ਸਭ ਚੀਜ਼ਾਂ ਨੂੰ ਸੋਚ ਕੇ ਬੰਦੇ ਨੂੰ ਬੜਾ ਡਿਸੀਜਨ ਸੋਚ ਸਮਝ ਕੇ ਲੈਣਾ ਚਾਹੀਦਾ। ਬਹੁਤ ਬਹੁਤ ਧੰਨਵਾਦ ਜੀ। ਤਾਂ ਇਹ ਸਨ ਸਾਡੇ ਨਾਲ ਵਿਜ਼ਨ ਗਰੁੱਪ ਤੋਂ ਹਨੀਸ਼ ਉੱਪਲ ਜੀ, ਜਿਨ੍ਹਾਂ ਨਾਲ ਆਪਾਂ ਗੱਲਬਾਤ ਕੀਤੀ ਹੈ ਕਿ ਜੇਕਰ ਇਸ ਤਰ੍ਹਾਂ ਹੀ ਕਿਸੇ ਹੋਰ ਨਾਲ ਹੋਵੇ ਕਿ ਲੜਕਾ ਪੈਸੇ ਲਗਾ ਕੇ ਆਪਣੀ ਪਤਨੀ ਨੂੰ ਬਾਹਰ ਭੇਜੇ ਤੇ ਉਸ ਨੂੰ ਬੁਲਾਉਣ ਤੇ ਮੁੱਕਰ ਜਾਵੇ, ਪਰ ਆਪਸ਼ਨਸ ਕੋਈ ਨਹੀਂ ਹੈਗੀਆਂ। ਪਰ ਇੱਥੇ ਇਹੀ ਹੈ ਕਿ ਤੁਹਾਨੂੰ ਵਿਸ਼ਵਾਸ ਰੱਖਣਾ ਚਾਹੀਦਾ ਹੈ, ਜੈਨੂਇਨਲੀ ਜਿਹੜੇ ਤੁਹਾਡੀਆਂ ਮੈਰਿਜਸ ਨੇ ਉਹ ਹੋਣੀਆਂ ਚਾਹੀਦੀਆਂ ਨੇ। ਜਿਸ ਤਰ੍ਹਾਂ ਪਹਿਲਾਂ ਜ਼ਮਾਨੇ ਦੇ ਵਿੱਚ ਲੋਕ ਜਦੋਂ ਰਿਸ਼ਤਾ ਪੱਕਾ ਕਰਨ ਜਾਂਦੇ ਸੀਗੇ ਤਾਂ ਬਹੁਤ ਚੀਜ਼ਾਂ ਦੇਖਦੇ ਸੀਗੇ, ਪੜ੍ਹਾਈ ਦੇਖਦੇ ਸੀਗੇ, ਕਾਰੋਬਾਰ ਦੇਖਦੇ ਸੀਗੇ, ਘਰ-ਬਾਰ ਦੇਖਦੇ ਸੀਗੇ, ਬੰਦੇ ਦੇਖਦੇ ਸੀ ਵੀ ਇਹ ਚੰਗੇ ਆ ਜਾਂ ਨਹੀਂ। ਪਰ ਉਹ ਹੁਣ ਸਿਰਫ ਆਇਲਸ ਦੇ ਬੈਂਡ ਤੇ ਸਭ ਕੁਝ ਨਿਰਭਰ ਰਹਿ ਗਿਆ ਵੀ ਜੇਕਰ ਕੁੜੀ ਦੇ ਆਇਲਸ ਬੈਂਡ ਵੱਧ ਨੇ ਜਾਂ ਮੁੰਡੇ ਦੇ ਆਇਲਸ ਬੈਂਡ ਵੱਧ ਨੇ ਤਾਂ ਉਹ ਰਿਸ਼ਤਾ ਉਹ ਆਇਲਸ ਦੇ ਬੈਂਡ ਤੇ ਹੀ ਹੋ ਜਾਂਦਾ। ਪਰ ਇਸ ਚੀਜ਼ ਨੂੰ ਹੁਣ ਖਤਮ ਕਰਨਾ ਚਾਹੀਦਾ ਕਿਉਂਕਿ ਇੱਕ ਲਵਪ੍ਰੀਤ ਦੀ ਮੌਤ ਹੋਈ ਹੈ, ਹਜੇ ਹੋਰ ਕਈ ਪੰਜਾਬ ਦੇ ਵਿੱਚ ਸ਼ਾਇਦ ਹੋਰ ਤਿਆਰ ਨੇ ਨੌਜਵਾਨ ਜਿਹੜੇ ਐਦਾਂ ਫਸੇ ਹੋਏ ਨੇ। ਤਾਂ ਵਧੇਰੇ ਅਪਡੇਟਸ ਲਈ ਸਾਨੂੰ ਜੁੜੇ ਰਹੋ। ਕੈਮਰਾਮੈਨ ਸਤਵੰਤ ਮਠਾੜੂ ਦੇ ਨਾਲ ਸਰਮਜੀਤ ਸਿੰਘ ਭੱਲਾ, ਲੁਧਿਆਣਾ।